ਜੱਜ ਦਾ ਵਿਚਾਰ। सत श्री अकाल जी, चाय दा विचार प्रोग्राम लेके असी हर रोज की तरह हाजिर हाँ प्राइम एशिया टीवी दे उपर। मैं हरमन थिंद, मेरे नाल ने स्वरण सिंह टाणा। सत श्री अकाल टाणा साहब, की हाल चाल ने? बहुत वधिया, चढ़दी कला। जिंदगी किवें चल रही है? जिंदगी जिंदाबाद, बस बागियां पैंदियां, कमालां होईयां पईयां। विकास किवें है फिर? विकास बहुत ज्यादा, हर गली मुहल्ले पिंड शहर कस्बे दे विच विकास ही विकास आ। हाँ, किवें? मावां ने बहुत सारे पुत्तां दे नाम विकास रखे आ। भोले ही हो टाणा साहब। हाँ। मैं टोयां वाले विकास की गल कर रही टोयां वाला हां। विकास बहुत होया। तुसीं भरपाई वाला विकास कहो ना, तुसीं एक टोयां वाला, टोए तां थां पए आ। ते ओ टोयां वाले विकास है क्योंकि भरपाई किते भी हुंदी हुई नजर नहीं आ टोआ रही। इन दा सड़क आ। यस, व्हाई देयर इज बिग टोआ इन द सड़क। हाँ। कहंदे कोई नहीं, पैच वर्क करा दिंने आ। हाँ, देखो भाई गल ਇਹ ਆ ਵੀ ਇਹੋ ਜਿਹਾ ਵਿਕਾਸ ਨਹੀਂ ਚਾਹੀਦਾ। जी ਇਸ ਵਿਕਾਸ ਦੇ ਚੱਕਰ ਦੇ ਵਿੱਚ ਅਸੀਂ ਮਾਂਜੇ ਪਏ ਆ। ਸਾਰੇ ਲੋਕ ਟੈਕਸ ਭਰਦੇ ਜਿਨ੍ਹਾਂ ਦੀ ਵੀ ਦਾਇਰੇ ਦੇ ਵਿੱਚ ਆਉਂਦੇ ਆ, ਪਰ ਉਹਨਾਂ ਨੂੰ ਵੀ ਕੁਝ ਨਹੀਂ ਮਿਲਦਾ ਤੇ ਜਿਹੜੇ ਨਹੀਂ ਭਰਦੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਦਾ। ਤੇ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਜਦੋਂ ਸਾਨੂੰ ਮਿਲਦਾ ਕੁਝ ਨਹੀਂ ਫਿਰ ਅਸੀਂ ਕਿਉਂ ਭਰਗੇ। ਬਿਲਕੁਲ ਸਹੀ ਇਸ ਕਰਕੇ ਬੇਨਤੀ ਇਹ ਆ ਵੀ ਲੋਕਾਂ ਦੇ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਆ ਜਿਹੜੇ ਗੋਡੇ ਗੋਡੇ ਟੋਏ ਆ, ਜਿੱਧਰ ਦੇਖਦੇ ਮੂੰਹ ਦੇ ਉੱਤੇ ਮੁਫਤ ਦੇ ਵਿੱਚ ਮੇਕਅਪ ਹੋ ਜਾਂਦਾ, ਧੂੜਾਂ ਉੜਦੀਆਂ, ਕੱਕਾ ਰੇਤਾ ਉੜਦਾ, ਮੈਂ ਤਾਂ ਹੈਰਾਨ ਆ। ਅੱਗੇ ਕਹਿੰਦੇ ਹੁੰਦੇ ਸੀ ਵੀ ਸਾਡੇ ਵਾਲਾ ਖੇਤਰ ਹੈ ਜਿਹੜਾ ਉਹ ਮਾਲਵਾ ਖੇਤਰ ਦਾ ਬੜਾ ਵੱਡਾ ਹਿੱਸਾ ਨਾ ਜਿਹੜਾ ਉਹ ਰੇਤੇ ਵਾਲਾ ਹੁੰਦਾ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਸੜਕਾਂ ਤਾਂ ਬਣ ਗਈਆਂ ਪਰ ਇੰਨੀ ਕੁ ਮਿੱਟ ਘਟਾ ਕਿਉਂਕਿ ਕਿਤੇ ਪੁਲ ਬਣੀ ਜਾਂਦਾ, ਕਿਤੇ ਸੜਕ ਪੱਟ ਗਏ ਆ, ਕਿਤੇ ਫੇਰ ਪੱਟੀ ਜਾਂਦੇ ਆ ਵੀ ਜਦੋਂ ਬਣੀ ਬਣਾਈ ਆ ਕਹਿੰਦੇ ਵੀ ਤਾਰ ਪਾਉਣੀ ਇੱਥੋਂ ਦੀ ਵੀ ਮਹਿੰਦਾ ਕੀ ਕਵਾਂ ਮੈਂ। ਬਿਲਕੁਲ ਕੋਈ ਗੱਲ ਨਹੀਂ, ਮੈਂ ਵੀ ਆਉਂਦਿਆਂ ਕਿਉਂ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਹੈ ਨਾ। ਨਹੀਂ ਕੋਈ ਗੱਲ ਨਹੀਂ, ਪਰ ਤੁਸੀਂ ਵੱਧ ਤੋਂ ਵੱਧ ਹੱਸਿਆ ਕਰੋ, ਮੇਰੀ ਤੁਹਾਨੂੰ ਬੇਨਤੀ ਹੈ। ਨਹੀਂ ਮੈਂ ਹਮੇਸ਼ਾ ਹੀ ਕੱਲ ਹੱਸਦੀ ਮੈਨੂੰ ਇੱਕ ਦਰਸ਼ਕ ਦਾ ਫੋਨ ਆਇਆ, ਕਹਿੰਦੇ ਵੀ ਹਰਮਨ ਜੀ ਨੂੰ ਕਹੋ ਵੀ ਵੱਧ ਤੋਂ ਵੱਧ ਹੱਸਿਆ ਕਰੋ। ਅੱਛਾ ਜੀ, ਮੈਂ ਕਿਹਾ ਜੀ ਸ਼ੁਕਰੀਆ। ਬਹੁਤ ਬਹੁਤ ਇਹ ਪਹਿਲੀ ਮਿਹਰਬਾਨੀ। ਵਾਰ ਕਿਸੇ ਨੇ ਮੈਂ ਕਿਹਾ। ਕਿਹਾ ਮੈਂ ਤੁਹਾਡਾ ਸੁਨੇਹਾ ਪਹੁੰਚਾ ਦੂੰਗਾ। ਮੈਂ ਕਿਹਾ ਕਈਆਂ ਦੇ ਫਿਰ ਐਂ ਜੇ ਤਕਲੀਫ ਜੀ ਹੋ ਜਾਂਦੀ ਵੀ ਹੱਸੀ ਜਾਂਦੇ ਆ, ਹਾਂ। ਕਹਿੰਦਾ ਹੋਈ ਜਾਣ ਦਿਓ ਫਿਰ ਕੀ ਹੁੰਦਾ। ਵਾਹ ਵਾਹ। ਤੇ ਮੈਂ ਵੀ ਤੁਹਾਨੂੰ ਇਹ ਗੱਲ ਕਹਿਣਾ ਵੀ ਹੋਈ ਜਾਂਦੀ ਹੈ, ਜਿਹਨੂੰ ਸਮੱਸਿਆ ਹੋਈ ਜਾਣ ਦਿਓ। ਡਾਣਾ ਸਾਹਿਬ ਮੈਨੂੰ ਲਾਈਨਾਂ ਚੇਤੇ ਆ ਗਈਆਂ, ਮੈਂ ਕਿਤੇ ਪੜੀਆਂ ਸੀ। ਕਹਿੰਦੇ ਤੁਸੀਂ ਕੰਡਿਆਂ ਦੀ ਗੱਲ ਕਰਦੇ ਹੋ, ਲੋਕਾਂ ਨੂੰ ਤਾਂ ਸਾਡੇ ਹਾਸੇ ਵੀ ਚੁੱਭਦੇ ਨੇ। ਵਾਹ ਵਾਹ, ਹੈ ਗੱਲਬਾਤ, ਵਾਹ ਜੀ ਵਾਹ ਗਲਬ ਸਾਹਿਬ। ਸ਼ੁਕਰੀਆ। ਆਮਦ ਹੀ ਹੋਈ ਸੀ ਬਸ। ਸੋ ਖੈਰ ਆਪਾਂ ਮੌਸਮ ਦੀ ਹਾਲ ਬਿਆਨੀ ਦੇਖੋ ਕਰਦੇ ਵੀ ਮੌਸਮ ਆ ਜਿਹੜਾ ਵੈਸੇ ਤਾਂ ਠੀਕ ਆ, ਕੱਲ ਵੀ ਕਿਤੋਂ ਮੀਂਹ ਕਣੀ ਦੀ ਖਬਰ ਨਹੀਂ ਆਈ, ਅੱਜ ਵੀ ਬਾਹਲੀ ਮੀਂਹ ਕਣੀ ਦੀ ਸੰਭਾਵਨਾ ਹੈ ਨਹੀਂਗੀ ਤੇ ਇਸ ਵੇਲੇ ਧੁੱਪ ਨਿਕਲੀ ਹੋਈ ਆ ਜਦੋਂ ਅਸੀਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ। ਬਾਕੀ ਗੱਲ ਇਹ ਹੈ ਜੀ ਕਿ ਮੀਂਹ ਪਵੇ ਵੀ ਨਾ, ਅਸੀਂ ਇਹਦੀ ਕਾਮਨਾ ਕਰਦੇ ਹਾਂ, ਕਿਉਂਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਜੇਕਰ ਹੁਣ ਮੀਂਹ ਹੋਰ ਪੈ ਜਾਂਦਾ ਤਾਂ ਫਸਲਾਂ ਹੋਰ ਨੁਕਸਾਨੀਆਂ ਜਾਣੀਆਂ। ਇਸ ਵਕਤ ਮੌਸਮ ਠੀਕ ਹੀ ਚਾਹੀਦਾ, ਤਪਸ਼ ਬੇਸ਼ੱਕ ਘਟ ਜੇ ਪਰ ਮੀਂਹ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਸਹੀ ਹੈ। ਤੇ ਹੁਣ ਚਾਹੀਦੇ ਵਿਚਾਰ ਦੀ ਸਾਂਝ ਪਾਈਏ। ਸ਼ਰਤ ਲੱਗੀ ਸੀ, ਮੈਂ ਤੁਹਾਨੂੰ ਪੰਜਾਬੀ ਚ ਕਹਿਣ ਲੱਗਾ ਸੀ ਪਰ ਮੇਰਾ ਹਿੰਦੀ ਚ ਸੀਗਾ। ਹਾਂਜੀ ਹਾਂਜੀ, ਬੜਾ ਸੋਹਣਾ ਚੱਜ ਦਾ ਵਿਚਾਰ ਆ। ਮੈਂ ਅਨੁਵਾਦ ਕਰਨ ਦੇ ਚੱਕਰ ਦੇ ਵਿੱਚ ਮੈਂ ਕੁਝ ਹੋਰ ਨਾ ਬਣ ਜੇ। ਸ਼ਰਤ ਲਗੀ थी खुशी को एक अल्फाज में लिखने की। शर्त लगी थी खुशी को एक अल्फाज में लिखने की। लोग किताबों में ढूंढते रहे, हाँ, और हमने दोस्त लिख दिया। वाह वाह, मैनू लग्या सी शायद कहोगे कि लोग किताबें पढ़ते रहे और हमने माँ लिख दिया। हाँ, माँ लिख दिया, वो भी बहुत वड्डी खुशी वाली गल है। पर ਜਿਹੜਾ ਮੈਂ ਪੜਿਆ ਸੀ ਉਹਦੇ ਵਿੱਚ ਦੋਸਤ ਲਿਖਿਆ ਸੀ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਬਿਲਕੁਲ ਸਹੀ। ਮਾਂ ਦਾ ਤਾਂ ਬਦਲ ਹੀ ਕੋਈ ਨਾ ਦੁਨੀਆ ਦੇ ਉੱਤੇ, ਤੇ ਦੋਸਤ ਵੀ ਜੇਕਰ ਚੰਗੇ ਮਿਲ ਜਾਣ ਤਾਂ ਬਦਲ ਉਹਨਾਂ ਦਾ ਵੀ ਨਹੀਂ ਹੁੰਦਾ। ਅੱਜ ਦੇ ਜ਼ਮਾਨੇ ਦੇ ਵਿੱਚ ਟਾਣਾ ਸਾਹਿਬ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਬਹੁਤ ਸਾਰੇ, ਹਾਲਾਂਕਿ ਮੈਂ ਹਰੇਕ ਨੂੰ ਇੱਕੋ ਰੱਸੇ ਨਹੀਂ ਬੰਨ੍ਹਦੀ ਪਈ, ਪਰ ਜ਼ਿਆਦਾਤਰ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੇ ਇਹੀ ਗੱਲ ਸਾਹਮਣੇ ਆਉਂਦੀ ਹੈ ਵੀ ਜਿੱਥੇ ਆਪਣੇ ਵੀ ਨਹੀਂ ਖੜਦੇ, ਜੇਕਰ ਦੋਸਤ ਚੰਗੇ ਹੋਣ ਤਾਂ ਉਹ ਖੜਦੇ ਨੇ। ਜਿੱਥੇ ਅੱਜ ਬਹੁਤ ਸਾਰੀਆਂ ਥਾਵਾਂ ਤੇ ਇਹ ਗੱਲ ਸੱਚੀ ਸਾਬਤ ਹੁੰਦੀ ਹੈ ਕਿ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਚਾਹੇ ਕਿਤੇ ਨਾ ਕਿਤੇ ਦੂਰ ਹੋ ਜਾਣ ਤੁਹਾਡੇ ਤੋਂ, ਪਰ ਜਿਹੜੇ ਦੋਸਤ ਨੇ, ਸੱਚੇ ਦੋਸਤ ਨੇ, ਉਹ ਹਰ ਥਾਂ ਤੇ ਤੁਹਾਡਾ ਸਾਥ ਨਿਭਾਉਂਦੇ ਨੇ, ਹਰ ਥਾਂ ਤੇ ਤੁਹਾਡੇ ਨਾਲ ਖੜਦੇ ਨੇ। ਹੁਣ ਤਾਂ ਖਬਰਾਂ ਕਈ ਵਾਰ ਪੜ੍ਹੀ ਦੀਆਂ ਵੀ ਖੂਨ ਦੇ ਰਿਸ਼ਤਿਆਂ ਨੇ ਖੂਨ ਕੀਤਾ, ਬਿਲਕੁਲ ਉਦੋਂ ਮਨ ਦੁਖਦਾ ਵੀ ਯਾਰ ਇਹ 2 ਓਰੇ ਜ਼ਮੀਨ ਦੇ ਪਿੱਛੇ, 2 ਗਜ਼ ਜ਼ਮੀਨ ਦੇ ਪਿੱਛੇ ਲੜੀ ਜਾਂਦੇ ਆ, ਵੱਟ ਪਿੱਛੇ ਖੂਨ ਹੋ ਜਾਂਦਾ, ਆ 4 ਰੁਪਈਆਂ ਪਿੱਛੇ ਕਤਲ ਹੋ ਜਾਂਦਾ, ਉਹ ਜੀ ਸਾਡੀ ਆਹ ਚੀਜ਼, ਸਾਡੀ ਆਹ ਚੀਜ਼, ਇਸ ਚੱਕਰ ਦੇ ਵਿੱਚ ਦੋਸਤੀਆਂ ਵਿਗੜ ਜਾਂਦੀਆਂ ਜੀ। ਤੇ ਇਹੋ ਜਿਹਾ ਹੀ ਇੱਕ ਚਾਈ ਦਾ ਵਿਚਾਰ ਮੈਂ ਵੀ ਲੈ ਕੇ ਆਈ ਆਉਣ ਦਿਓ। ਟਾਣਾ ਸਾਹਿਬ ਕਮਾਲਾਂ ਹੀ, ਮਤਲਬ ਜਿਹਨੇ ਵੀ ਲਿਖਿਆ ਉਹਨੇ ਕਮਾਲ ਦਾ ਲਿਖਿਆ। ਕਹਿੰਦੇ ਇੱਕ ਮਜ਼ਬੂਤ ਰਿਸ਼ਤੇ ਦੇ ਟੁੱਟਣ ਤੇ ਹੈਰਾਨ ਕਿਉਂ ਹੈ? ਬਿਲਕੁਲ ਹੈਰਾਨ ਨਾ ਹੋਵੋ ਇੱਕ ਮਜ਼ਬੂਤ ਰਿਸ਼ਤੇ ਦੇ ਟੁੱਟਣ ਤੇ। ਨਹੀਂ ਮੈਂ ਪੁੱਛ ਰਹੀ ਹਾਂ ਕਿ ਇੱਕ ਮਜ਼ਬੂਤ ਰਿਸ਼ਤੇ ਦੇ ਟੁੱਟਣ ਤੇ ਹੈਰਾਨ ਕਿਉਂ ਹੈ ਕਿ ਕਦੇ ਲੋਹੇ ਨੂੰ ਜੰਗਾਲ ਲੱਗਦਾ ਨਹੀਂ ਵੇਖਿਆ? ਵਾਹ ਵਾਹ, ਕੀ ਬਾਤ ਆ, ਬਹੁਤ ਖੂਬ।
ਜੀ ਲੋਹੇ ਤੋਂ ਮਜ਼ਬੂਤ ਤਾਂ ਕੁਛ ਨਹੀਂ ਨਾ, ਲੋਹਾ ਕਿੰਨਾ ਮਜ਼ਬੂਤ ਹੁੰਦਾ ਹੈ, ਤੇ ਜੇ ਲੋਹੇ ਨੂੰ ਵੀ ਜੰਗਾਲ ਲੱਗ ਜਾਂਦਾ ਹੈ ਨਾ, ਤੇ ਫਿਰ ਇੱਕ ਮਜ਼ਬੂਤ ਰਿਸ਼ਤਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਘੱਟ ਥਾਵਾਂ ਤੇ ਹੈ ਕਿ ਬਿਨਾਂ ਕਿਸੇ ਮੁਫਾਦ ਤੋਂ, ਬਿਨਾਂ ਕਿਸੇ ਲਾਲਚ ਤੋਂ ਰਿਸ਼ਤੇ ਨਿਭਦੇ ਹੋਣ। ਜ਼ਿਆਦਾਤਰ ਥਾਵਾਂ ਦੇ ਉੱਪਰ ਰਿਸ਼ਤੇ ਜਿਹੜੇ ਆ ਉਹ ਮਤਲਬ ਦੇ ਲਈ ਹੀ ਰਹਿ ਗਏ ਨੇ, ਲੋਕ ਮਤਲਬ ਕੱਢਦੇ ਨੇ ਤੇ ਚਲੇ ਜਾਂਦੇ ਨੇ। ਬਿਲਕੁਲ ਸਹੀ। ਸਮਾਂ ਪਾ ਕੇ ਹਰ ਚੀਜ਼ ਬੁੱਢੀ ਹੁੰਦੀ ਆ ਜੀ, ਸਮਾਂ ਪਾ ਕੇ ਹਰ ਚੀਜ਼ ਆ ਜਿਹੜੀ ਉਹ ਢਲਦੀ ਆ। ਮਤਲਬ ਇਹ ਆ ਵੀ ਉਹਦਾ ਵੇਲਾ ਜਦੋਂ ਨਿਕਲ ਜਾਂਦਾ ਉਹਨੂੰ ਜੰਗਾਲ ਲੱਗ ਜਾਂਦੀ ਜੇਕਰ ਲੋਹੇ ਨੂੰ। ਕੱਲ ਮੇਰਾ ਇੱਕ ਦੋਸਤ ਕਹਿੰਦਾ ਮੇਰਾ ਸਿਰ ਬਹੁਤ ਦੁਖਦਾ ਯਾਰ। ਮੈਂ ਕਿਹਾ ਹੈ ਵੀ ਤਾਂ 45 ਸਾਲ ਪੁਰਾਣਾ। ਮੈਂ ਕਿਹਾ ਤੂੰ 45 ਦਾ ਹੋ ਗਿਆ, ਹੁਣ 45 ਸਾਲ ਪੁਰਾਣੀ ਚੀਜ਼ ਆ ਜਿਹੜੀ ਉਹ ਕਦੇ ਕਦਾਈ ਦੁਖੂਗੀ ਵੀ। ਬਿਲਕੁਲ ਸਹੀ ਹੈ। ਟਾਣਾ ਸਾਹਿਬ, ਅੱਜ ਅਖਬਾਰਾਂ ਦੇ ਵਿੱਚ ਤਸਵੀਰਾਂ ਵੇਖੀਆਂ, ਅੱਜ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਵੇਖੀਆਂ, ਤੇ ਵਾਕਈ ਇਹ ਲੱਗਿਆ ਕਿ ਐਵੇਂ ਝੂਠ ਕਹਿੰਦੇ ਨੇ ਕਿ ਕਿਸਾਨਾਂ ਦੇ ਹੌਸਲੇ ਹੁਣ ਢਹਿ ਢੇਰੀ ਹੋ ਗਏ। ਨਹੀਂ, ਢਹਿ ਢੇਰੀ ਹੋਏ ਜੀ। 10 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ। ਅੱਜ 10 ਮਹੀਨੇ ਤੇ 2 ਦਿਨ ਹੋ ਗਏ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ। ਉਹ ਕਹਿੰਦੇ 10 ਸਾਲ ਵੀ ਇਵੇਂ ਬਹਿ ਸਕਦੇ ਆ, ਪੰਜੀ ਦਾ ਭੌਣ ਦਿਖਾ ਕੇ ਜਾਵਾਂਗੇ, ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ। ਪਰ ਗੱਲਾਂ ਫਿਰ ਉਹੀ, ਕਿਸਾਨ ਕਿਉਂ ਇਦਾਂ ਬੈਠੇ ਹਨ, ਕਿਸਾਨ ਤਾਂ ਇਦਾਂ ਹਨ, ਕਿਸਾਨ ਤਾਂ ਉਦਾਂ ਹਨ। ਪਰ ਘੱਟੋ ਘੱਟ ਹੁਣ ਤੁਸੀਂ ਇਹ ਤਾਂ ਕਹਿਣਾ ਬੰਦ ਕਰ ਦਿਓਗੇ ਇਹ ਮੁੱਠੀ ਭਰ ਕਿਸਾਨ ਹਨ। ਇਹ ਤਾਂ 2 ਸੂਬਿਆਂ ਦੇ ਕਿਸਾਨ ਹਨ। ਜਿਹੜੇ ਕਹਿੰਦੇ ਸੀ ਨਾ ਮੁੱਠੀ ਭਰ ਤੇ 2 ਸੂਬਿਆਂ ਦੇ ਕਿਸਾਨ ਆ, ਉਹਨਾਂ ਕਿਸਾਨਾਂ ਨੇ ਇਹ ਦੱਸਤਾ ਵੀ ਤੇਲੰਗਾਨਾ ਦੇ ਵਿੱਚ ਵੀ ਸੜਕਾਂ ਇਵੇਂ ਬੰਦ ਸੀ ਤੇ ਰੇਲਾਂ ਉੱਥੇ ਵੀ ਰੁਕੀਆਂ। ਬਿਲਕੁਲ ਸਹੀ ਹੈ। ਮੱਧ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਵੇਂ ਰੁਕੀਆਂ, ਪੱਛਮੀ ਬੰਗਾਲ ਦੇ ਵਿੱਚ ਵੀ ਇਵੇਂ ਰੁਕੀਆਂ ਜਿਵੇਂ ਹਰਿਆਣੇ ਤੇ ਪੰਜਾਬ ਦੇ ਵਿੱਚ ਰੁਕੀਆਂ, ਰਾਜਸਥਾਨ ਤੇ ਗੁਜਰਾਤ ਦੇ ਵਿੱਚ ਵੀ ਬੰਦ ਇਵੇਂ ਰਿਹਾ। ਸੋ ਚਾਰੇ ਪਾਸੇ ਬੰਦ ਨੇ ਇੱਕ ਇਹੋ ਜਿਹਾ ਪ੍ਰਭਾਵ ਸਿਰਜਿਆ ਵੀ ਪੁੱਛੋ ਕੁਝ ਨਾ। ਤੁਹਾਨੂੰ ਨਿੱਤ ਇਸ ਗੱਲ ਦਾ ਤਾਂ ਪਤਾ ਲੱਗ ਜਾਂਦਾ ਵੀ ਭਾਈ ਇਹ ਕਿਸਾਨ ਮੁੱਠੀ ਭਰ ਹਨ, ਇਹ ਕਿਸਾਨ ਥੋੜੇ ਕੁ ਹਨ, ਇਹ ਕਿਸਾਨ ਫਲਾਣਿਆਂ ਦੇ ਭੇਜੇ ਹੋਏ ਹਨ। ਤੁਹਾਨੂੰ ਇਸ ਗੱਲ ਦਾ ਪਤਾ ਕਿਉਂ ਨਹੀਂ ਲੱਗਦਾ ਵੀ ਜਿਹੜੀ ਅਡਾਨੀਆਂ ਦੀ ਗੁਜਰਾਤ ਵਾਲੀ ਮੁੰਦਰਾ ਬੰਦਰਗਾਹ ਉੱਥੇ 3 ਟਨ ਹੈਰੋਇਨ ਕਿਵੇਂ ਪਹੁੰਚ ਗਈ? ਤੁਸੀਂ ਇਹਦੇ ਬਾਬਤ ਕਿਉਂ ਨਹੀਂ ਇੱਕ ਸ਼ਬਦ ਮੂੰਹ ਦੇ ਵਿੱਚੋਂ ਕੱਢਦੇ? ਨਿੱਤ ਕਿਸਾਨ ਦਾ ਪਤਾ ਹੁੰਦਾ। ਇਹ ਤਾਂ ਜੀ ਅਖੇ ਨਸ਼ੇ ਫੈਲਾ ਰਹੇ ਹਨ ਹਰਿਆਣੇ ਵਿੱਚ ਆ ਕੇ। ਹਰਿਆਣੇ ਦਾ ਇੱਕ ਮੰਤਰੀ ਕਹਿੰਦਾ ਪੰਜਾਬ ਦੇ ਕਿਸਾਨ ਸਾਡੇ ਇੱਥੇ ਬਾਰਡਰਾਂ ਦੇ ਉੱਤੇ ਆ ਕੇ ਸੂਬੇ 'ਚ ਨਸ਼ਾ ਫੈਲਾ ਰਹੇ ਆ। ਮੈਂ ਕਿਹਾ ਜੀ ਇਹਦਾ ਤਾਂ ਤੁਹਾਨੂੰ ਪਤਾ ਲੱਗ ਗਿਆ, ਇਹ ਨਹੀਂ ਪਤਾ ਲੱਗਾ ਵੀ ਭਾਈ ਜਿਹੜੀ ਅਡਾਨੀ ਦੀ ਬੰਦਰਗਾਹ ਉੱਥੇ ਕਿਵੇਂ ਨਸ਼ਾ ਆਉਂਦਾ ਤੇ ਤੁਹਾਡਾ ਕੀ ਕਰਦਾ ਰੱਖਿਆ ਵਿਭਾਗ। ਜੇਕਰ ਹੋਰ ਦੇਸ਼ ਦੇ ਵਿੱਚੋਂ 3 ਟਨ 20,000 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਆ ਗਈ ਤੇ ਕੀ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ, ਗ੍ਰਹਿ ਮੰਤਰੀ ਸਾਹਿਬ ਤੋਂ ਲੈ ਕੇ, ਰੱਖਿਆ ਮੰਤਰੀ ਸਾਹਿਬ ਤੋਂ ਲੈ ਕੇ, ਵਿਦੇਸ਼ ਮੰਤਰੀ ਸਾਹਿਬ ਤੋਂ ਲੈ ਕੇ ਕਿਸੇ ਨੇ ਵੀ ਇੱਕ ਸ਼ਬਦ ਆਪਦੇ ਮੂੰਹ ਦੇ ਵਿੱਚੋਂ ਕੱਢਿਆ ਵੀ ਭਾਈ ਅਸੀਂ ਇਹਦੇ ਤੇ ਕੀ ਕਾਰਵਾਈ ਕਰਾਂਗੇ? ਆਏ ਹਾਏ, ਮੀਡੀਆ ਹੀ ਨਹੀਂ ਬੋਲਿਆ ਟਾਣਾ ਸਾਹਿਬ। ਜਿਹੜਾ ਗੋਦੀ ਮੀਡੀਆ ਉਹ ਤਾਂ ਪਤਾ ਹੀ ਨਹੀਂ ਕਿੱਥੇ ਗਵਾਚ ਗਿਆ, ਪਤਾ ਹੀ ਨਹੀਂ ਉਹਨਾਂ ਦੀਆਂ ਅੱਖਾਂ ਕਿਉਂ ਬੰਦ ਹੋ ਗਈਆਂ। ਉਹਨਾਂ ਨੂੰ ਦਿਖਿਆ ਹੀ ਨਹੀਂ ਕਿ ਇੰਨੇ ਵੱਡੇ ਪੱਧਰ ਦੇ ਉੱਪਰ ਇਹ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਅੱਗੇ ਤੋਂ ਅੱਗੇ ਵੱਧ ਰਹੀਆਂ ਨੇ। 3000 ਮਤਲਬ ਕਿਲੋ। ਤੁਸੀਂ ਵੇਖੋ ਕਿ ਇਹ ਕੋਈ ਥੋੜਾ ਤਾਂ ਨਹੀਂ ਹੈ ਵੀ ਬਾਂਹ ਚ ਲੁਕੋ ਲਿਆ ਹੋਊਗਾ ਜਾਂ ਵੈਸੇ ਕਿਤੇ ਲੁਕੋ ਕੇ ਲੈ ਆਇਆ। ਕੰਟੇਨਰ ਕਿੱਡੇ ਆਏ ਨੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕਿੱਥੋਂ ਆਇਆ ਨਸ਼ਾ। ਇਹਦਾ ਮਤਲਬ ਤਾਂ ਇਹ ਹੋਇਆ ਨਾ ਵੀ ਥੱਲੜੇ ਲੈਵਲ ਤੋਂ ਲੈ ਕੇ, ਥੱਲੜੇ ਪੱਧਰ ਤੋਂ ਲੈ ਕੇ ਉੱਤੇ ਤੱਕ ਸਭ ਰਲੇ ਹੋਏ ਨੇ। ਸਾਰੀ ਦਿਹਾੜੀ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਲੱਗੇ ਰਹਿੰਦੇ ਆ। ਚੱਕ ਕੇ 85 ਰੁਪਈਆ ਵਾਲਾ ਮੈਕ ਜਿੱਥੇ ਮਰਜ਼ੀ ਖੜ ਜਾਂਦੇ, ਕਿਆ ਬੋਲੋਗੇ ਕਿਸਾਨ ਕਿਆ ਖਾਤੇ ਹੈ। ਆਹ ਦੇਖੋ ਤੁਹਾਡਾ ਫੁੱਫੜ ਕੀ ਕਰਦਾ, ਉਹ ਕੀ ਖਾਂਦਾ ਹੈ। ਹਾਂ ਬਿਲਕੁਲ ਸਹੀ। ਪਰ ਕੱਲ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਉਹ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ। ਆਪਾਂ ਕੱਲ ਵੀ ਗੱਲ ਕੀਤੀ ਸੀ, ਉਹ ਕਹਿੰਦੇ ਕਿ ਕਿਸਾਨ ਜਬ ਚਾਹੇ ਬਾਤ ਕਰ ਸਕਤੇ ਹੈ, ਪਰ ਖੇਤੀ ਕਾਨੂੰਨਾਂ ਨੂੰ ਛੱਡ ਕੇ ਕਹਿੰਦੇ ਜਿਹੜੀ ਮਰਜ਼ੀ ਗੱਲ ਕਰ ਲਓ। ਹਾਂ, ਹੋਰ ਤੁਹਾਡੇ ਚੰਪੀ ਕਰਨੀ ਇੱਥੇ। ਹਾਂ ਵੀ ਹੋਰ ਤੁਹਾਨੂੰ ਆ ਕੇ ਅਡਾਨੀਆਂ ਦੀ ਆ ਜਿਹੜੀ ਹੈਰੋਇਨ ਫੜੀ ਗਈ ਉਹਦੇ ਬਾਰੇ ਸਵਾਲ ਕਰਨ। ਨਹੀਂ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨਾਲ ਗੱਲ ਕੀ ਕਰੀਏ। ਇਹ ਤੀਜੇ ਕਰਨ ਕਹਿ ਦਿੰਦੇ ਆ ਛੋਟੀ ਕਿਸਾਨੀ ਕੇ ਲਈ ਬਹੁਤ ਲਾਹੇਵੰਦ ਹੈ ਕਾਨੂੰਨ। ਆ ਛੋਟੀ ਕਿਸਾਨੀ ਦੇ ਇੱਕ ਉਦਾਹਰਨ ਦਿੰਦਾ, ਮਾਲਵੇ ਦੇ ਵਿੱਚ ਨਰਮੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਉੱਥੇ ਕੋਈ 5 ਏਕੜ ਦਾ ਮਾਲਕ ਆ ਜਿਹੜਾ, ਉਹਨੇ ਜੇ ਮੰਨ ਲਓ 4 ਏਕੜ ਦੇ ਚ ਨਰਮਾ ਬੀਜਿਆ ਤੇ ਉਹਨੇ ਤਵੀਆਂ ਨਾਲ ਵਾਹਤਾ। ਕਿਸੇ ਨੇ 2 ਏਕੜ ਨਰਮਾ ਬੀਜਿਆ, ਉਹਨੇ ਤਵੀਆਂ ਨਾਲ ਵਾਹਤਾ। ਕਿਸੇ ਨੇ ਕਿੱਲਾ ਬੀਜਿਆ, ਉਹਨੇ ਤਵੀਆਂ ਨਾਲ ਵਾਹਤਾ। ਕਿਉਂ? ਕਿਉਂਕਿ ਉਹਨੂੰ ਫਲ ਨਹੀਂ ਲੱਗਿਆ ਜੀ। ਕਿਉਂਕਿ ਐਤਕੀ ਟਿੰਡੇ ਨੂੰ ਸੁੰਡੀ ਪੈ ਗਈ, ਕੱਲੇ ਟਿੰਡੇ ਦੇ ਵਿੱਚ ਸੁੰਡੀ ਫਿਰਦੀ ਜਿਹਨੂੰ ਗੁਲਾਬੀ ਸੁੰਡੀ ਕਹਿੰਦੇ ਆ। ਤੇ ਕਿਸਾਨ ਨੇ ਆਪਦੇ ਘੜੇ ਦੇ ਵਿੱਚੋਂ ਵੀ ਕੱਢਿਆ ਜਾਂ ਉਹਨੇ ਕੀਟਨਾਸ਼ਕ ਦਵਾਈਆਂ ਆਪਦੀ ਪੇਟੀ ਚੋਂ ਕੱਢ ਕੇ ਵਰਤੀਆਂ। ਤੁਹਾਡੀਆਂ ਹੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲੋਂ ਉਹਨਾਂ ਨੇ ਦਵਾਈਆਂ ਲਈਆਂ। ਤੇ ਛੋਟੀ ਕਿਸਾਨੀ ਹੈ, 2500 ਏਕੜ ਦਾ ਮਾਲਕ ਕਿਹੜਾ ਜਿਹਨੇ ਨਰਮਾ ਬੀਜਿਆ? ਬਿਲਕੁਲ ਸਹੀ। ਛੋਟੀ ਕਿਸਾਨੀ ਮਰ ਰਹੀ ਹੈ। ਕੱਲ ਇੱਕ 27 ਸਾਲ ਦਾ ਨੌਜਵਾਨ ਆ, ਖਿਆਲਾ ਕਲਾਂ ਪਿੰਡ ਆ ਉਹਦਾ, ਉਹਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਹਨੇ 8 ਕਿੱਲੇ ਜਿਹੜੇ ਉਹ ਠੇਕੇ ਦੇ ਉੱਤੇ ਜ਼ਮੀਨ ਲਈ ਸੀ। ਨਰਮਾ ਬੀਜਿਆ ਸੀ, ਨਰਮਾ ਬਿਲਕੁਲ ਬਰਬਾਦ ਹੋ ਗਿਆ, ਟਿੰਡਾ ਪਿਆ ਨਹੀਂਗਾ, ਬੁਰਾ ਹਾਲ ਹੋ ਗਿਆ। ਕੱਲ ਹੀ ਪਤਾ ਲੱਗਾ ਵੀ ਸਮਰਾਲੇ ਦੇ ਵੱਲ ਟੋਲ ਪਲਾਜ਼ੇ ਤੇ ਜਿੱਥੇ ਧਰਨਾ ਲੱਗ ਰਿਹਾ ਸੀ, ਇੱਕ ਕਿਸਾਨ ਨੇ ਪਰਨੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਆ, ਤਾਰਾ ਸਿੰਘ ਹੋਰਾਂ ਨੇ। ਇਹ ਦੱਸੋ ਵੀ ਇਹ ਕਿਸਾਨ ਨਹੀਂ, ਇਹ ਕਿਸੇ ਦੇ ਭੇਜੇ ਹੋਏ ਆ? ਵੀ ਤੁਸੀਂ ਹੁਣ ਕਿਉਂ ਨਹੀਂ ਬੋਲਦੇਗੇ? ਤੁਹਾਡੀਆਂ ਮਾਨਤਾ ਪ੍ਰਾਪਤ ਦਵਾਈਆਂ
ਸੁੱਡੀ ਮਾਰਦੀਆਂ ਨਹੀਂ, ਇਹ ਸਿਰਫ ਕਿਸਾਨ ਮਾਰਨ ਦੇ ਕੰਮ ਆਉਂਦੀਆਂ। ਬਿਲਕੁਲ। ਤੇ ਮੈਨੂੰ ਤਾਂ ਇੱਕ ਸ਼ੇਅਰ ਚੇਤੇ ਆ ਰਿਹਾ ਜੀ। ਕਿ ਚਿਹਰਾ ਬਤਾ ਰਹਾ ਥਾ वो मर गया है भूख से, चेहरा बता रहा था वो मर गया है भूख से, मगर लोग कह रहे थे कुछ खाकर मर गया। ਇਹ ਸਾਡੀ ਅੱਜ ਦੀ ਸਥਿਤੀ ਹੋਈ ਪਈ ਆ। ਤੇ ਤੋਮਰ ਸਾਹਿਬ ਨੇ ਕਿਹੜਾ ਕਦੇ ਕੁਝ ਬੀਜਿਆ? ਉਹਨਾਂ ਨੇ ਕਿਹੜੀ ਖੇਤੀਬਾੜੀ ਕੀਤੀ ਆ? ਤੀਜੇ ਦਿਨ ਉੱਠ ਕੇ ਕੋਈ ਨਾ ਕੋਈ ਉਰਲੀ ਪਰਲੀ ਛੱਡ ਦਿੰਦੇ ਆ ਤੇ ਗੱਲ ਫੇਰ ਉੱਥੇ। ਨਹੀਂ, ਨਾਲੇ ਹੱਦ ਹੀ ਹੋ ਗਈ, ਸੱਚੀ ਹੱਦ ਹੋ ਗਈ ਵੀ ਆਪਾਂ ਇਨਸਾਨ ਆ, ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ। ਜਿਨ੍ਹਾਂ ਲਈ ਤੁਸੀਂ ਕਹਿੰਦੇ ਹੋ ਕਾਨੂੰਨ ਬਣਾਏ ਜਦ ਉਹੀ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਆ, ਤੇ ਫਿਰ ਤੁਸੀਂ ਕਿਉਂ ਮਗਰ ਪਏ ਹੋਏ ਹੋ ਵੀ ਅਸੀਂ ਇਹਨਾਂ ਨੂੰ ਲਾਗੂ ਕਰਕੇ ਹੀ ਛੱਡਾਂਗੇ? ਕਿਉਂ ਆਪਣੇ ਲਫ਼ਜ਼ਾਂ ਦੇ ਉੱਪਰ ਸਹੀ ਨਹੀਂ ਹੋ ਰਹੇ? ਕਦੀ ਤੁਸੀਂ ਕਹਿੰਦੇ ਹੋ ਸੁਪਰੀਮ ਕੋਰਟ ਨੇ ਇਹ ਕਹਿਤਾ, ਕਦੀ ਤੁਸੀਂ ਕਹਿੰਦੇ ਹੋ ਸੁਪਰੀਮ ਕੋਰਟ ਨੇ ਉਹ ਕਹਿਤਾ। ਮਾਣਯੋਗ ਸੁਪਰੀਮ ਕੋਰਟ ਜੋ ਕੁਝ ਵੀ ਕਹਿ ਰਿਹਾ ਉਹ ਵੀ ਕਿਸਾਨਾਂ ਨੂੰ ਪਤਾ, ਤੁਹਾਡੇ ਦੱਸਣ ਦੀ ਲੋੜ ਨਹੀਂ ਆ। ਪਰ ਤੁਸੀਂ ਕੀ ਕਹਿ ਰਹੇ ਹੋ? ਕਿਸਾਨ ਇਹ ਜਾਣਨਾ ਚਾਹੁੰਦੇ ਨੇ, ਤੁਹਾਡੇ ਨਾਲ ਉਹ ਗੱਲ ਕਰਨਾ ਚਾਹੁੰਦੇ ਨੇ, ਕਿਉਂ ਭੱਜ ਰਹੇ ਹੋ? ਕਦੇ ਕਹਿੰਦੇ ਹੋ ਫੋਨ ਕਾਲ ਦੀ ਦੂਰੀ, ਕਦੇ ਕੁਛ ਠੀਕ ਹੈ। 11 ਦੌਰ ਦੀ ਬੈਠਕ ਜੇਕਰ ਹੋਈ ਤਾਂ ਉਹਦੇ ਵਿੱਚ ਤੁਸੀਂ ਹੱਲ ਨਹੀਂ ਕੱਢਿਆ, ਕਿਸਾਨ ਤਾਂ ਆਏ ਸੀ ਗੱਲ ਕਰਨ ਦੇ ਲਈ, ਤੇ ਅੱਜ ਤੁਸੀਂ ਗੱਲਾਂ ਕਰਨ ਤੋਂ ਕਿਉਂ ਭੱਜ ਰਹੇ ਹੋ ਬਈ? ਸਹੀ। ਲਓ ਹਰਮਨ ਜੀ, ਜੇ ਗੱਲ ਚੱਲੀ ਹੈ ਕਿਸਾਨੀ ਬਾਰੇ ਤੇ ਸਾਡੀ ਕੇਂਦਰ ਦੀ ਸਰਕਾਰ ਬਾਰੇ, ਤਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਜੀ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਜਾਣਾ ਸੀਗਾ ਨਾ ਅਮਰੀਕਾ ਦੇ ਵੱਲ, ਬਹੁਤ ਸਾਰੇ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਕਿ ਉਹ 5 दिन के लिए अमेरिका रवाना हुए हैं जी। ਕਈਆਂ ਨੇ ਇਹ ਵੀ ਗੱਲ ਕਹੀ ਕਿ ਉਹ 4 दिन के लिए गए हैं, ਪਰ ਉਹ ਤੀਜੇ ਦਿਨ ਕਿਹੜੀ ਗੱਲੋਂ ਵਾਪਸ ਆ ਗਏ? ਹੁਣ ਇਹ ਵਿੱਚੋਂ ਘੁੰਡੀ ਆ, ਦਿਲ ਨਹੀਂ ਲੱਗਿਆ ਹੋਣਾ। ਦਿਲ ਨਹੀਂ ਲੱਗਿਆ। ਹਾਂ ਜੀ, ਕਿਉਂਕਿ ਸੱਚ ਤਾਂ ਉਹਨਾਂ ਨੇ ਦੱਸਣਾ ਨਹੀਂ ਹੈ। ਮਤਲਬ ਅੰਤ ਦੇ ਵਿੱਚ ਤਾਂ ਇਹ ਥੋੜੀ ਕਹਿਣਗੇ ਵੀ ਹਾਂ ਵਿਰੋਧ ਬਹੁਤ ਹੋਇਆ ਸਾਡਾ, ਅਸੀਂ ਜਿੱਥੇ ਵੀ ਗਏ ਆ ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਥੋੜੀ ਕਹਿਣਗੇ, ਉਹ ਇਹ ਕਹਿਣਗੇ ਦਿਲ ਨਹੀਂ ਲੱਗਿਆ। ਨਹੀਂ, ਚਲੋ ਇਹ ਵੀ ਕਹੀ ਜਾਣ, ਸਾਡੇ ਵੱਲੋਂ ਦੂਜੇ ਦਿਨ ਆ ਜਾਂਦੇ, ਉਹਨਾਂ ਨੇ ਮਹੱਤਵਪੂਰਨ ਮੀਟਿੰਗਾਂ ਕਰਨੀਆਂ ਸੀ, ਕੀਤੀਆਂ ਹੋਣੀਆਂ, ਸਾਨੂੰ ਨਹੀਂ ਪਤਾ, ਪਰ ਵਿਰੋਧ ਹੋਇਆ। ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਜੇ ਸਾਨੂੰ ਪਤਾ ਆਮ ਲੋਕਾਂ ਨੂੰ, ਤਾਂ ਫਿਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ। ਤੇ ਜੇਕਰ ਉਹਨਾਂ ਨੂੰ ਪਤਾ, ਤਾਂ ਫਿਰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ 2 ਸੂਬਿਆਂ ਦਾ ਅੰਦੋਲਨ ਨਹੀਂ, ਇਹ ਅਮਰੀਕਾ ਤੱਕ ਵੀ ਫੈਲਿਆ ਹੋਇਆ। ਉੱਥੇ ਵੀ ਜਿਹੜੇ ਸਾਡੇ ਹੀ ਜਿਹੜੇ ਭੈਣ ਭਰਾ ਪਹੁੰਚੇ ਹੋਏ ਆ, ਇਹਨਾਂ ਕਿਸਾਨਾਂ ਦੇ ਧੀਆਂ ਪੁੱਤ ਉੱਥੇ ਬੈਠੇ ਆ, ਜਿਹੜੇ ਇਹ ਚਾਹੁੰਦੇ ਜੀ ਕਿ ਤੁਸੀਂ ਸਾਡੇ ਦੇਸ਼ 'ਚ ਆਏ ਹੋ, ਫਿਰ ਤੁਸੀਂ ਕਿਉਂ ਇਹੋ ਜਿਹੇ ਕੰਮ ਕਰਦੇ ਹੋ? ਤੁਸੀਂ ਇੱਥੇ ਆ ਕੇ ਕਿਹੜੀਆਂ ਗੱਲਾਂ ਕਰਦੇ ਹੋ? ਡਿਜੀਟਲ ਕਰ ਲਿਆ, ਇਹ ਕਰ ਲਿਆ, ਉਹ ਕਰ ਲਿਆ। ਇਹ ਦੱਸੋ ਵੀ ਤੁਸੀਂ ਉੱਥੇ ਕੀ ਕਰਤਾ? ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਜੋ ਕੁਝ ਵੀ ਉੱਥੇ ਹੋਇਆ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਅੱਜ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਤੇ ਲੋਕ ਸਭ ਕੁਝ ਜਾਣਦੇ ਨੇ। ਜਿਸ ਤਰੀਕੇ ਨਾਲ ਕਮਲਾ ਹੈਰਿਸ ਨੇ ਉਹਨਾਂ ਨੂੰ ਡੈਮੋਕ੍ਰੇਸੀ ਦੇ ਬਾਰੇ 'ਚ ਦੱਸਿਆ, ਜਿਸ ਤਰੀਕੇ ਦੇ ਨਾਲ ਜੋ ਬਾਈਡਨ ਹੋਰਾਂ ਨੇ ਮਹਾਤਮਾ ਗਾਂਧੀ ਦਾ ਸੰਦੇਸ਼ ਉਹਨਾਂ ਨੂੰ ਦਿੱਤਾ, ਜਿਸ ਤਰੀਕੇ ਦੇ ਨਾਲ US ਮੀਡੀਆ ਨੇ ਕਵਰੇਜ ਜਿੰਨੀ ਕੁ ਦਿੱਤੀ, ਇਹ ਸਾਰਾ ਕੁਝ ਬਹੁਤ ਕੁਝ ਬਿਆਨ ਕਰਦਾ। ਪਰ ਗੱਲ ਉੱਥੇ ਹੀ ਹੈ ਨਾ ਵੀ ਜੇਕਰ ਤੁਸੀਂ ਸਮਝੋ ਤਾਂ, ਜੇ ਅਜੇ ਵੀ ਤੁਸੀਂ ਕਹੀ ਜਾਓ ਕਿ ਨਹੀਂ ਸਭ ਠੀਕ ਹੈ, ਨਹੀਂ ਆਮਦਨ ਦੁੱਗਣੀ ਹੈ, ਨਹੀਂ ਕਿਸਾਨਾਂ ਦਾ ਫਾਇਦਾ ਹੈ, ਨਹੀਂ ਸਰਕਾਰ ਤਾਂ ਸੋਚਦੀ ਹੈ, ਤੇ ਫਿਰ ਤੁਹਾਡੀ ਗਲਤੀ ਹੈ। ਇੱਕ ਬੰਦੇ ਨੂੰ ਕੋਈ ਭੜਕਾ ਸਕਦਾ, 2 ਨੂੰ, ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਗੁੰਮਰਾਹ ਨਹੀਂ ਹੁੰਦੇ। ਕੱਲ ਮੈਂ ਨਾ ਇੱਕ ਵੈਬਸਾਈਟ ਦੇ ਉੱਤੇ, ਬੜੀ ਮਸ਼ਹੂਰ ਵੈਬਸਾਈਟ ਆ, ਉਹਦੇ ਉੱਤੇ ਖਬਰ ਪੜ੍ਹੀ। ਉਹਦੇ 'ਚ ਪਤਾ ਕੀ ਲਿਖਿਆ ਸੀ? प्रधान मंत्री ने नया कीर्तिमान स्थापित किया। अच्छा जी। दिन रात कार्य करके वो कहने जी कि 65 घंटों में 24 मीटिंगें की, होटल हो या दफ्तर, कहीं भी गए, मीटिंग दर मीटिंग, जहाज में भी 4 मीटिंगें की। मैं कहा ठीक है, ਤੁਸੀਂ ਉਹਨਾਂ ਨੂੰ ਬਲੈਕ ਕਾਫੀ ਬਣਾ ਕੇ ਦਿੰਦੇ ਸੀ ਵੀ ਕਿਤੇ ਨੀਂਦ ਨਾ ਆ ਜੇ। ਗੱਲ ਤਾਂ ਸਹੀ ਹੈ। ਵੈਸੇ ਹੈਰਾਨੀ ਹੁੰਦੀ ਹੈ ਵੀ ਤੁਸੀਂ ਕਿਵੇਂ ਦਾਵਾ ਕਰੀ ਜਾਂਦੇ ਹੋ ਵੀ ਯਾਰ ਕੋਈ ਨਾ ਕੋਈ ਚਾਪਲੂਸੀ ਦੀ ਵੀ ਹੱਦ ਹੁੰਦੀ ਹੈ। ਨਹੀਂ, ਨਾਲੇ ਗੱਲ ਇਹ ਹੈ, ਇਸ ਚੀਜ਼ ਦਾ ਕੀ ਕਿਸੇ ਕੋਲੇ ਜਵਾਬ ਹੈਗਾ? ਫੋਰਡ ਕੰਪਨੀ ਇੱਥੋਂ ਸਾਰਾ ਕੁਝ ਛੱਡ ਕੇ ਤੇ ਚਲੀ ਗਈ। ਜਿਹੜੀਆਂ ਮੀਟਿੰਗਾਂ ਕੀਤੀਆਂ ਨੇ 65 ਘੰਟਿਆਂ ਦੇ ਵਿੱਚ, ਉਹਨਾਂ ਮੀਟਿੰਗਾਂ ਦਾ ਫਾਇਦਾ ਕੀ ਹੋਇਆ ਭਾਰਤ ਨੂੰ ਜਾਂ ਭਾਰਤ ਦੀ ਅਰਥ ਵਿਵਸਥਾ ਨੂੰ? ਉਹਦੇ ਬਾਰੇ 'ਚ ਵੀ ਤਾਂ ਦੱਸੋ। ਉਹਨਾਂ ਦਾ ਫਾਇਦਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਪਰ ਅੱਜ ਤੱਕ ਬਹੁਤ ਸਾਰੇ ਦੌਰੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੇ ਆ। ਇਹ ਦੱਸੋ ਵੀ ਭਾਈ ਉਹਨਾਂ ਦਾ ਗਰੀਬ ਬੰਦੇ ਨੂੰ ਕੀ ਲਾਭ ਹੋਇਆ? ਨਤੀਜਾ ਕੀ ਆ ਉਹਦਾ ਸਾਹਮਣੇ? ਨਤੀਜਾ ਕੀ ਨਿਕਲਿਆ? ਰਿਕਸ਼ਾ ਚਾਲਕ ਤੱਕ ਉਹਦਾ ਕੀ ਅਸਰ ਹੋਇਆ ਜੀ? ਪੈੜ ਤੇ ਖੜੇ ਮਜ਼ਦੂਰ ਤੱਕ ਉਹਦਾ ਕੀ ਅਸਰ ਹੋਇਆ? ਸਿਰਫ ਇਹ ਗੱਲ ਕਹਿ ਦੇਣੀ ਵੀ ਭਾਈ ਅਸੀਂ ਆਹ ਯੋਜਨਾ ਸ਼ੁਰੂ ਕੀਤੀ ਆ, ਤੁਸੀਂ ਇਲਾਜ ਕਰਵਾ ਲਓ। ਬੰਦਾ ਰੋਟੀ ਖਾਊਗਾ ਤਾਂ ਹੀ ਕੁਝ ਹੋਊਗਾ। ਰੋਟੀ ਤਾਂ ਆਪਾਂ ਖੋ ਹੀ ਜਾਂਦੇ ਆ। ਇਹ ਦੱਸੋ ਵੀ ਆਪਾਂ ਕਰਦੇ ਕੀ ਆ? ਜ਼ਰੂਰਤ ਇਸ ਗੱਲ ਦੀ ਹੈ ਵੀ ਆਪਾਂ ਗੱਲਾਂ ਦਾ ਕੜਾਹ ਨਾ ਬਣਾਈਏ। ਹੁਣ ਜ਼ਰੂਰਤ ਹੈਗੀ ਕੰਮ ਕਰਕੇ ਦਿਖਾਉਣ ਦੀ। ਜਾਂ ਆਪਾਂ ਕਹਿੰਦੇ ਵੀ ਭਾਈ ਕਿਸਾਨ ਗਲਤ ਆ, ਇਸ ਤੋਂ ਪਹਿਲਾਂ ਸ਼ਹੀਨ ਬਾਗ ਵਾਲੇ ਗਲਤ ਸੀ, ਹੁਣ ਭਵਿੱਖ ਦੇ ਵਿੱਚ ਕਿਸੇ ਹੋਰ ਨੂੰ ਵੀ ਸੋਚੀ ਜਾਂਦੇ ਹੁਣ ਵੀ ਆ ਵੀ ਗਲਤੀ ਆ। ਜੀ ਬਿਲਕੁਲ, ਜਿਹੜਾ ਤੁਹਾਡੇ ਹੱਕ 'ਚ ਬੋਲਦੇ, ਜਿਹੜਾ ਤੁਹਾਡੀ ਹਾਂ 'ਚ ਹਾਂ ਮਿਲਾ ਦੇ, ਉਹ ਤਾਂ ਸਭ ਤੋਂ ਵੱਡਾ ਦੇਸ਼ ਭਗਤ ਆ। ਜਿਹੜਾ ਤੁਹਾਨੂੰ ਸਵਾਲ ਕਰ ਦੇਵੇ ਮੋਰੋ ਕਿ ਆ ਕਿਉਂ ਹੈ, ਕਿਵੇਂ ਹੈ, ਕਾਹਤੋਂ ਹੈ, ਉਹ ਤੁਹਾਨੂੰ ਲੱਗਦਾ ਕਿ ਇਹ ਦੇਸ਼ ਧਰੋਹੀ ਹੈ। ਤੁਹਾਡੀ ਜਿਹੜੀ ਆਪਣੀ ਇੱਕ ਡੈਫੀਨੇਸ਼ਨ ਹੁੰਦੀ ਹੈ ਨਾ, ਪਰਿਭਾਸ਼ਾ ਹੁੰਦੀ ਹੈ ਇੱਕ ਦੇਸ਼ ਧਰੋਹੀ ਦੀ ਤੇ ਦੇਸ਼ ਭਗਤ ਦੀ, ਤੁਹਾਡੀਆਂ ਸ਼ਾਇਦ ਉਹ ਪਰਿਭਾਸ਼ਾਵਾਂ ਹੀ ਹੋਰ ਨੇ।
ਟਾਣਾ ਸਾਹਿਬ ਹੁਣ ਆਪਾਂ ਆਪਣੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਹਾਂ। ਜਨਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜੀ ਉਹ ਕਹਿੰਦੇ ਵੀ ਐਵੇਂ ਹੀ ਮੇਰੇ ਤੇ ਬਾਰੇ ਕੋਈ ਭੁਲੇਖਾ ਨਾ ਰੱਖਿਓ। ਮੈਨੂੰ ਨਾ ਕੱਲ ਇੱਕ ਸੱਜਣ ਕਹਿੰਦਾ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਕਹਿੰਦੇ ਹੋ, ਤੁਸੀਂ ਕਾਂਗਰਸ ਵੱਲ ਝੁਕਾਅ ਰੱਖਦੇ ਹੋ। ਮੈਂ ਕਿਹਾ ਤੁਸੀਂ ਤਾਂ ਇਹ ਕਹਿੰਦੇ ਵੀ ਡਾਂਗ ਰੱਖਿਆ ਕਰਗੇ ਇੱਥੇ, ਪਹਿਲਾਂ ਤੁਹਾਡੇ ਵਾਂਗੂ ਗਾਲ ਕੱਢਿਆ ਕਰਗੇ। ਹਰ ਬੰਦੇ ਨੂੰ ਜਿਹਦੇ ਬਾਰੇ ਵੀ ਗੱਲ ਕਰਨੀ ਹੈ ਪਹਿਲਾਂ ਉਹਦੇ ਲਈ ਅਪਸ਼ਬਦ ਵਰਤ ਗਏ, ਉਹਨੂੰ ਗਾਲ ਦੁੱਪੜ ਦੀ ਵਰਤੋਂ ਕਰਗੇ, ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਗਏ। ਵੀ ਕਿਉਂ ਇਦਾਂ ਕਰਗੇ ਯਾਰ, ਆਪਾਂ ਕੋਈ ਘਰੇ ਥੋੜੀ ਬੈਠੇ ਆ, ਸਤਿਕਾਰਯੋਗ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆ ਜੀ। ਨਾਲੇ ਪੱਤਰਕਾਰਤਾ ਦੇ ਕੁਝ ਇੱਕ ਅਸੂਲ ਹੁੰਦੇ ਨੇ, ਅਸੀਂ ਕਿਸੇ ਵੀ ਸ਼ਖਸ ਦਾ ਨਾਮ ਕਿਸ ਤਰੀਕੇ ਨਾਲ ਲੈਣਾ ਹੈ, ਆਲੋਚਨਾ ਕਰਨੀ ਇੱਕ ਵੱਖਰੀ ਗੱਲ ਆ ਤਰਕ ਦੇ ਆਧਾਰ ਤੇ ਜੀ, ਤੇ ਗਾਲ ਦੁੱਪੜ ਕਰਨਾ ਇੱਕ ਵੱਖਰੀ ਗੱਲ ਆ। ਆਪਾਂ ਹੀ ਵੋਟਾਂ ਪਾਉਣੇ, ਆਪਾਂ ਹੀ ਗਾਲਾਂ ਕੱਢਦੇ, ਗਲਤ ਤਾਂ ਪਹਿਲਾਂ ਸਭ ਤੋਂ ਆਪਾਂ। ਬਿਲਕੁਲ ਸਹੀ ਗੱਲ ਹੈ। ਨਾਲੇ ਸਾਰਾ ਕੁਝ ਤਾਂ ਸਾਹਮਣੇ ਆ ਹੀ ਜਾਣਾ, ਹੁਣ ਤਾਂ ਥੋੜੇ ਮਹੀਨੇ ਰਹਿ ਗਏ ਨੇ। ਨਾਲੇ ਹੁਣੇ ਤਾਂ ਮੁੱਖ ਮੰਤਰੀ ਬਣੇ ਆ ਜੀ, ਤੇ ਆਪਾਂ ਹੁਣੇ ਹੀ ਮਾੜਾ ਚੰਗਾ ਕਹਿਣਾ ਸ਼ੁਰੂ ਕਰ ਦਈਏ ਜੇਕਰ ਉਹਨਾਂ ਨੇ ਉਮੀਦਾਂ ਨੂੰ ਬੂਰ ਨਾ ਲਾਇਆ। ਤੇ ਜਿਵੇਂ ਅਸੀਂ ਪਹਿਲਾਂ ਦੀਆਂ ਸਰਕਾਰਾਂ ਦੇ ਉੱਤੇ ਕਿੰਤੂ ਕਰਦੇ ਫਿਰ ਕਰਾਂਗੇ ਵੀ, ਐਵੇਂ ਹੀ ਲੱਗ ਪਗੇ ਵੀ ਭਾਈ ਤੁਹਾਨੂੰ ਐ ਚੰਗਾ ਲੱਗਦਾ। ਨਹੀਂ ਨਾਲੇ ਨਾਮ ਤਾਂ ਟਾਣਾ ਸਾਹਿਬ ਇਹ ਸਲੀਕਾ ਤਾਂ ਇਹੀ ਹੈ ਵੀ ਨਾਮ ਤਾਂ ਇਦਾਂ ਹੀ ਲਿਆ ਜਾਊਗਾ, ਚਾਹੇ ਉਹ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ। ਨਾਮ ਤਾਂ ਹਮੇਸ਼ਾ ਅਦਬ ਦੇ ਨਾਲ ਲਿਆ ਜਾਂਦਾ, ਚਾਹੇ ਉਹ ਕਿਸੇ ਵੀ ਇਨਸਾਨ ਦਾ ਹੋਵੇ। ਸੋ ਖੈਰ ਆਪਾਂ ਚੰਨੀ ਸਾਹਿਬ ਦੀ ਗੱਲ ਕਰਦੇ ਆ। ਉਹ ਕਹਿੰਦੇ ਵੀ ਮੈਨੂੰ ਐਵੇਂ ਹੀ ਨਾ ਜਾਣਿਓ, ਬਚ ਕੇ ਰਹੋ, ਮੈਂ ਜਿੰਨਾ ਨਰਮ ਲੱਗਦਾ ਉਨਾ ਜ਼ਿਆਦਾ ਸਖਤ ਵੀ ਆ। ਚੰਨੀ ਸਾਹਿਬ ਕਹਿੰਦੇ ਵੀ ਮੈਂ ਨਿਮਰ ਰਹਿਣਾ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜੋ ਮਰਜ਼ੀ ਕਰੀ ਜਾਓਗੇ। ਜਿਹੜੇ ਵੀ ਕੰਮ ਕਹੇ ਆ ਉਹ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ। ਸਾਰੇ ਹੀ ਪ੍ਰਸ਼ਾਸਕੀ ਅਧਿਕਾਰੀਆਂ ਨੇ ਕਿਹਾ, ਉਹ ਕਹਿੰਦੇ ਵੀ ਜਿੰਨੇ ਵੀ ਇਸ ਵਕਤ ਸੈਕਟਰੀ ਆ, ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਸਕੱਤਰ ਆ, ਵੀ ਆਪਦਾ ਕਾਪੀ ਪੈਨ ਚੱਕ ਲਓ, 100 ਦਿਨ ਦਾ ਖਾਕਾ ਬਣਾ ਲਓ, ਕੀ ਕਦੋਂ ਕਰਨਾ ਹੈਗਾ, ਟਣਾ ਟਣ ਕੰਮ ਹੋਣੇ ਚਾਹੀਦੇ ਆ। ਤੇ ਜੇ ਕਿਤੇ ਕੰਮ ਨਾ ਹੋਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਕੰਮ ਤਾਂ ਹੋਣੇ ਵੀ ਚਾਹੀਦੇ ਆ। ਕੀ ਕਰੂੰ ਜੀ, ਕੰਮ ਤਾਂ ਹੋਣੇ ਵੀ ਚਾਹੀਦੇ ਆ, ਤਾਂ ਹੀ ਤਾਂ ਹੁਣ ਮੁੱਖ ਮੰਤਰੀ ਸਾਹਿਬ ਬਦਲ ਕੇ ਤੇ ਹੁਣ ਤੁਹਾਨੂੰ ਮੁੱਖ ਮੰਤਰੀ ਬਣਾਇਆ ਗਿਆ, ਮਾਨਯੋਗ ਮੁੱਖ ਮੰਤਰੀ। ਤੇ ਹੁਣ ਕੰਮ ਹੀ ਭਾਲਦੇ ਸੀ ਲੋਕ। ਤੇ ਮੇਰੀ ਇੱਕ ਬੇਨਤੀ ਆ ਚੰਨੀ ਸਾਹਿਬ ਨੂੰ, ਹੱਥ ਜੋੜ ਕੇ ਆ, ਸਤਿਕਾਰਯੋਗ ਆ ਸਾਰੇ, ਵੀ ਦੇਖੋ ਇਸ ਵੇਲੇ 100 ਦਿਨ ਵੀ ਪੂਰੇ ਨਹੀਂ ਆ। ਜਦੋਂ ਚੋਣ ਜ਼ਾਬਤਾ ਲੱਗ ਗਿਆ ਫਿਰ ਆਪਣੇ ਕੋਲ ਇੱਕ ਬਹਾਨਾ ਜਿਹਾ ਹੋਣਾ ਵੀ ਆ ਲੱਗ ਗਿਆ, ਜੇ ਨਾ ਲੱਗਦਾ ਫਿਰ ਵੇਖਦੇ ਵੱਟ ਕੱਢਦੇ ਆਪਾਂ ਜੀ। ਪਰ ਜਿੰਨਾ ਚਿਰ ਲੱਗਦਾ ਨਹੀਂ ਉਨੀ ਦੇਰ ਤੱਕ ਇੱਕ ਕੀਰਤੀਮਾਨ ਸਥਾਪਿਤ ਕਰੋ ਵੀ ਇੱਥੇ ਬੈਠ ਕੇ ਅਸੀਂ ਤੁਹਾਡੇ ਬਾਬਤ ਬੋਲੀਏ ਵੀ ਇਹ ਹੁੰਦੇ ਮੁੱਖ ਮੰਤਰੀ ਦੇ ਫੈਸਲੇ। ਤੇ ਅਗਲੀ ਗੱਲ ਇਹ ਆ ਵੀ ਜਿਹੜੇ ਆਪਣੇ ਆਲੇ ਦੁਆਲੇ ਘੜਮ ਚੌਧਰੀ ਆ, ਇਹਨਾਂ ਤੋਂ ਬਚਿਓ। ਇਹਨਾਂ ਨੇ ਤੁਹਾਡੇ ਮੋਢੇ ਦੇ ਉੱਤੇ ਆਪਦੀ ਬੰਦੂਕ ਟੰਗੀ ਵੀ ਆ। ਇਹ ਇਹੋ ਜਿਹਾ ਕੰਮ ਕਰਨਗੇ ਬਾਅਦ ਦੇ ਵਿੱਚ ਚੰਨੀ ਹੋਰੀ ਅੱਜ ਜਿਹੜੇ ਟਿੰਡੇ ਭੰਨ ਕੇ ਵੇਂਦੇ ਵੀ ਸੁੰਡੀ ਕਿੰਨੀ ਆ, ਅੱਜ ਜਿਹੜੇ ਬਾਟੀ 'ਚ ਚਾਹ ਪੀਂਦੇ ਮਾਂਜ ਵੀ ਦਿੰਦੇ ਬਾਟੀ। ਸੋ ਬੇਨਤੀ ਇਹ ਆ ਵੀ ਜਿਹੜੇ ਇਸ ਵਕਤ ਰੇਤ ਦੇ ਨਾਲ ਜੁੜੇ ਹੋਏ ਬੰਦੇ ਆ, ਉਹ ਵੀ ਤੁਹਾਡੇ ਆਲੇ ਦੁਆਲੇ ਫਿਰਦੇ ਆ, ਉਹਨਾਂ ਤੋਂ ਆਪਾਂ ਕਿਵੇਂ ਖੜਾ ਛਡਾਉਣਾ ਇਹਦੇ ਵੱਲ ਵੀ ਖਿਆਲ ਕਰਿਓ ਜੀ। ਨਾਲੇ ਜਿਹੜੇ ਤੁਹਾਡੇ ਨਾਲ ਘੜਮ ਚੌਧਰੀ ਫਿਰ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਕੰਮ ਦੱਸੋ ਵੀ ਤੂੰ ਆ ਕਰਨਾ, ਆ ਕਰਨਾ, ਆ ਕਰਨਾ। ਇਹ ਨਹੀਂ ਵੀ 4 ਬੰਦੇ ਲੈ ਕੇ ਇਧਰੋਂ ਉਹਨੂੰ ਚੱਲ ਗਏ, 4 ਬੰਦੇ ਉਧਰੋਂ ਲੈ ਕੇ ਇਹਨੂੰ ਚੱਲ ਗਏ। ਇਹ ਬੰਦੇ ਜਿਹੜੇ ਆ ਇਹ ਕਾਫਲੇ ਨਾਲ ਬਾਅਦ ਚ ਵੀ ਫਿਰ ਲੈਣਗੇ। ਫਿਲਹਾਲ ਲੋਕ ਜਿਹੜੇ ਨੇ ਉਹ ਨਤੀਜਾ ਭਾਲਦੇ ਨੇ ਕਿ ਅਸੀਂ ਜਿਹੜੀਆਂ ਗੱਲਾਂ ਕਾਂਗਰਸ ਨੇ ਕੀਤੀਆਂ ਸੀ ਸਾਡੇ ਨਾਲ, ਉਹਨਾਂ ਦਾ ਕੀ ਨਤੀਜਾ ਨਿਕਲਿਆ ਹੈ ਨਾ। ਲੋਕ ਕੰਮ ਚਾਹੁੰਦੇ ਨੇ, ਫਿਰ ਤੋਂ ਆਪਾਂ ਬਾਅਦ ਚ ਵੀ ਲਵਾਂਗੇ। ਬਿਲਕੁਲ। ਤੇ ਅਗਲੀ ਗੱਲ ਇਹ ਵੀ ਫਿਲਮਾਂ ਦੇ ਵਿੱਚ ਹੀ ਮਸ਼ਹੂਰੀਆਂ ਚ ਚੰਗੇ ਲੱਗਦੇ ਵੀ ਦਾਗ ਅੱਛੇ ਲੱਗਦੇ ਹੈ। ਮੁੱਖ ਮੰਤਰੀਆਂ ਦੇ ਉੱਤੇ ਦਾਗ ਅੱਛੇ ਨਹੀਂ ਲੱਗਦੇ, ਕੈਬਨਿਟ ਦੇ ਮੰਤਰੀਆਂ ਦੇ ਉੱਤੇ ਦਾਗ ਅੱਛੇ ਨਹੀਂ ਲੱਗਦੇ, ਆਲੇ ਦੁਆਲੇ ਘੇਰਾ ਘੱਤਣ ਵਾਲੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਉੱਤੇ ਦਾਗ ਅੱਛੇ ਨਹੀਂ ਲੱਗਦੇ। ਸੋ ਇਸ ਕਰਕੇ ਤੁਸੀਂ ਚੰਗੇ ਮੰਦੇ ਬੰਦਿਆਂ ਦੀ ਪਰਖ ਕਰਿਓ। ਇਹ ਨਾ ਹੋਵੇ ਵੀ ਤੁਹਾਨੂੰ ਵੀ ਲੈ ਬੈਣ, ਇਹ ਪਹਿਲਾਂ ਵੀ ਕਈਆਂ ਨੂੰ ਲੈ ਬੈਠੇ ਆ। ਇਹ ਸਹੀ ਜਾਣਕਾਰੀ ਨਹੀਂ ਦਿੰਦੇ ਹੁੰਦੇ, ਹੈ ਤਾਂ ਹਰ ਥਾਂ ਤੇ ਹੀ, ਹਰ ਦਫ਼ਤਰ ਦੇ ਵਿੱਚ ਵੀ ਆ, ਆਲੇ ਦੁਆਲੇ ਗਲੀ ਗੁਆਂਢ ਦੇ ਵਿੱਚ ਵੀ ਆ, ਪਰ ਸਰਕਾਰਾਂ ਦੇ ਵਿੱਚ ਜਦੋਂ ਇਹ ਸਹੀ ਜਾਣਕਾਰੀ ਦਿੰਦੇ ਹੀ ਨਹੀਂ, ਜੋ ਕਹਿਣਾ ਹੁੰਦਾ ਉਹ ਲੁਕੋ ਜਾਂਦੇ ਆ ਤੇ ਜੋ ਹੋਇਆ ਨਹੀਂ ਹੁੰਦਾ ਉਹ ਦੱਸ ਦਿੰਦੇ ਆ। ਇਹਦੇ ਕਰਕੇ ਮਾਂਜਾ ਫਰਮਾਉਂਦੇ ਇਹ। ਵੈਸੇ ਵੀ ਤਾਂ ਆਪਾਂ ਇੱਕ ਦਿਨ ਚਾਹੀਦਾ ਵਿਚਾਰ ਵੀ ਤਾਂ ਸਾਂਝਾ ਕੀਤਾ ਸੀ ਟਾਣਾ ਸਾਹਿਬ ਕੇ ਚਮਚਿਆਂ ਤੋਂ ਬਚੋ। ਇਹ ਜਿਹੜੇ ਵੀ ਭਾਂਡੇ 'ਚ ਪੈਂਦੇ ਨੇ ਉਹਨੂੰ ਖਾਲੀ ਕਰ ਦਿੰਦੇ ਨੇ। ਸੋ ਇਸ ਲਈ ਆਪਣੇ ਆਲੇ ਦੁਆਲੇ ਧਿਆਨ ਰੱਖੋ। ਫਿਲਹਾਲ ਲੋਕ ਕੰਮ ਚਾਹੁੰਦੇ ਨੇ ਤੇ ਉਹਨਾਂ ਨੂੰ ਕੰਮ ਕਰਕੇ ਦਿਖਾਓ, ਬਸ ਗੱਲ ਇੰਨੀ ਹੈ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ। ਜੀ ਤੇ ਹੁਣ ਅਗਲੀ ਬਾਦਸ਼ਾਹ ਹਾਂਜੀ ਮੇਰਾ ਜੀ ਕੀਤਾ, ਮੈਂ ਕਿਹਾ ਹਾਸਿਆਂ ਦੇ ਬਾਦਸ਼ਾਹ ਕਹਿ ਦਈਏ। ਸ਼ੁਕਰੀਆ। ਹਾਂ ਹੋਰ ਹੱਸੋ ਆਪਾਂ 2-4 ਉਹ ਕੋਈ ਗੱਲ ਨਹੀਂ ਟਾਣਾ ਸਾਹਿਬ, ਆਪਾਂ ਹੱਸਾਂਗੇ। ਗੱਲ ਇਹ ਹੈ ਕਿ ਹੁਣ ਆਪਾਂ ਫਿਰ ਤੋਂ ਇੱਕ ਵਾਰ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਨੀ ਹੈ। ਪਰ ਮੈਂ ਤੁਹਾਨੂੰ ਦੱਸਦਾ, ਮੈਨੂੰ ਨਾ ਹੈਰਾਨੀ ਬੜੀ ਹੁੰਦੀ ਆ ਜੀ ਵੀ ਦੇਖੋ ਤੁਸੀਂ ਹੱਸ ਕੇ ਖਬਰਾਂ ਕਿਉਂ ਪੜ੍ਹਦੇ ਆ। ਮੈਂ ਕਿਹਾ ਐਂ ਕਰਦੇ ਵੀ ਕੱਲ ਤੋਂ ਨਾ ਮੈਂ ਮੂੰਹ ਤੇ ਰੱਖ ਕੇ ਚੁੰਨੀ ਤੇ ਕੀਰਨੇ ਪਾਇਆ ਕਰਦੇ ਆ। ਹਰਮਨ ਜੀ ਨੂੰ ਵੀ ਕਹਿ ਦੇਣਾ ਵੀ ਆਜੋ ਪਿੱਟ ਗਏ ਆਪਾਂ, ਅਥਰੂ ਵਹਾਈਏ, ਕਿਉਂਕਿ ਪੰਜਾਬ ਦਾ ਨੁਕਸਾਨ ਅਸੀਂ ਕੀਤਾ ਸਾਰਾ।
ਲੋਕ ਅੱਗੇ ਹੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਘਿਰੇ ਹੋਏ ਨੇ। ਕੋਈ ਵੀ ਅੱਜ ਪੂਰੀ ਤਰ੍ਹਾਂ ਦੇ ਨਾਲ ਖੁਸ਼ ਨਹੀਂ ਹੈ। ਕੋਈ ਮਹਿੰਗਾਈ ਦਾ ਝੰਬਿਆ ਪਿਆ ਹੈ, ਕੋਈ ਪਰਿਵਾਰਕ ਦੁੱਖਾਂ ਤਕਲੀਫਾਂ ਦਾ ਝੰਬਿਆ ਪਿਆ, ਕੋਈ ਕਰਜ਼ੇ ਦਾ ਝੰਬਿਆ ਪਿਆ, ਕੋਈ ਕਿਸੇ ਗੱਲ ਦਾ, ਕੋਈ ਕਿਸੇ ਗੱਲ ਦਾ। ਤੇ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਕੁਝ ਕੁ ਮਿੰਟ ਹਰ ਰੋਜ਼ ਅਸੀਂ ਆਪ ਵੀ ਹੱਸੀਏ ਤੇ ਸਾਰਿਆਂ ਨੂੰ ਵੀ ਹਸਾਈਏ, ਚਿੰਤਾ ਮੁਕਤ ਕਰੀਏ। ਸੋ ਅਸੀਂ ਕਰ ਰਹੇ ਹਾਂ, ਜਿਹਨੂੰ ਪੀੜ ਲੱਗਦੀ ਹੈ ਭਾਈ ਲੱਗੀ ਜਾਏ। ਉਹ ਪੋਗੋ ਵੇਖੇ। ਹਾਂ ਬਿਲਕੁਲ ਸਹੀ। ਤੇ ਆਪਾਂ ਹੁਣ ਫਿਰ ਤੋਂ ਸੀਐਮ ਚੰਨੀ ਸਾਹਿਬ ਦੀ ਗੱਲ ਕਰਨੀ ਹੈ। ਟਾਣਾ ਸਾਹਿਬ ਬਿਲਕੁਲ ਜੀ, ਚੰਨੀ ਸਾਹਿਬ ਮੰਡੀ ਕਲਾਂ ਪਿੰਡ ਦੇ ਵਿੱਚ ਗਏ। ਜੀ। ਉਹ ਉੱਥੇ ਬੈਠ ਕੇ ਨਾ ਮੰਜੀ ਦੀ ਬਾਹੀ ਤੇ ਉਹ ਦੱਸ ਰਹੇ ਆ ਵੀ ਭਾਈ ਨਸ਼ਿਆਂ ਦੇ ਮਾਮਲੇ ਤੇ ਸਖਤ ਹੋ ਜਾਓ। ਅੱਛਾ ਜੀ। ਸਾਰੇ ਅਧਿਕਾਰੀਆਂ ਨੂੰ ਮੈਂ ਤਾੜਨਾ ਕਰਨਾ ਵੀ ਭਾਈ ਮੈਂ ਕਿਤੇ ਨਸ਼ੇ ਦੀ ਗੱਲ ਸੁਣਨੀ ਨਹੀਂ। ਤਾਂ ਉਹਨਾਂ ਦੇ ਮਗਰਲੇ ਪਾਸੇ ਨਾ ਇੱਕ ਡੀਐਸਪੀ ਸਾਹਿਬ ਆ। ਅੱਛਾ ਜੀ। ਉਹ ਮਗਰ ਖੜੇ ਮੰਜੀ ਦੀ ਬਾਹੀ ਦੇ ਉੱਤੇ ਐਦਾਂ ਮੰਜੀ ਦੀ ਬਾਹੀ ਤੇ ਪੈਰ ਧਰਿਆ ਤੇ ਉਹ ਐਦਾਂ ਖੜੇ ਆ। ਹੁਣ ਇਹ ਤਸਵੀਰਾਂ ਵਾਇਰਲ ਹੋ ਗਈਆਂ ਜੀ। ਤੇ ਰੌਲਾ ਪੈ ਗਿਆ ਵੀ ਭਾਈ ਇਹ ਤਾਂ ਪ੍ਰੋਟੋਕਾਲ ਦੀ ਉਲੰਘਣਾ। ਵੀ ਡੀਐਸਪੀ ਜਾਂ ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਵੀ ਹੋਰ ਮਹਿਕਮੇ ਵਾਲਾ ਮੁੱਖ ਮੰਤਰੀ ਦੀ ਪਿੱਠ ਦੇ ਪਿੱਛੇ ਐਂ ਖੜਾ ਵੀ ਆਪਾਂ ਮੇਲੇ 'ਚ ਆਏ ਆ। ਹਾਂ। ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਵੀ ਜਦੋਂ ਰੌਲਾ ਪੈ ਗਿਆ ਤਾਂ ਸੰਬੰਧਿਤ ਅਧਿਕਾਰੀ ਨੇ ਇਹ ਗੱਲ ਕਹੀ ਹੈ ਵੀ ਮੈਂ ਕੋਈ ਜਾਣਬੁੱਝ ਕੇ ਆਕੜ ਦਾ ਵਿੱਚ ਨਹੀਂ ਖੜਿਆ ਸੀਗਾ। ਜੀ। ਇਹ ਅਸਲ 'ਚ ਕਹਿੰਦਾ ਮੰਜੀ ਦੇ ਉੱਤੇ ਬਾਹਲੇ ਜਣੇ ਬਹਿ ਕੇ ਤੇ ਇੱਕ ਪਾਸੇ ਪਾਵਾ ਚੱਕਿਆ ਗਿਆ ਐ ਕਰਕੇ। ਕਹਿੰਦੇ ਮੈਂ ਤਾਂ ਰੋਕਿਆ ਉਹਨੂੰ ਵੀ ਭਾਈ ਉਹਦਾ ਬੈਲੈਂਸ ਬਣਿਆ ਰਵੇ, ਅੱਛਾ ਜੀ। ਸੰਤੁਲਨ ਬਣਿਆ ਰਵੇ। ਕਹਿੰਦਾ ਮੈਂ ਤਾਂ ਉੱਤੇ ਪੈਰ ਰੱਖਿਆ ਸੀ ਵੀ ਐਂ ਕਰਕੇ ਕਿਤੇ ਇਹ ਨਾ ਹੋਵੇ ਮੰਜੀ ਮੂਧੀ ਵੱਜੇ। ਹਾਂ ਨਹੀਂ ਦੇਖੋ ਗੱਲ ਇਹ ਹੈ ਕਿ ਜ਼ਰੂਰੀ ਨਹੀਂ ਹੁੰਦਾ ਟਾਣਾ ਸਾਹਿਬ ਕਿ ਜੋ ਦਿਖ ਰਿਹਾ ਹੈ ਉਹੀ ਸੱਚ ਹੋਵੇ। ਕਈ ਵਾਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲੁਕੀਆਂ ਹੋਈਆਂ ਹੁੰਦੀਆਂ ਨੇ। ਅਸੀਂ ਨਾ ਬਹੁਤੀ ਵਾਰ ਸੱਚ ਜਾਣੇ ਬਿਨਾਂ ਹੀ ਕਿਸੇ ਤੇ ਵੀ ਕੋਈ ਵੀ ਤੋਹਮਤ ਲਗਾ ਦਿੰਦੇ ਆ ਵੀ ਫਲਾਣਾ ਤਾਂ ਐ ਹੈ, ਇਹਦੇ ਬਾਰੇ ਤਾਂ ਮੈਨੂੰ ਆ ਪਤਾ ਲੱਗਿਆ, ਇਹਦੇ ਬਾਰੇ ਤਾਂ ਮੈਨੂੰ ਆ, ਜਦ ਕਿ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਪਿੱਛੇ ਦੀ ਹਕੀਕਤ ਕੀ ਹੈ। ਕਿਸੇ ਇੱਕ ਪੱਖ ਨੂੰ ਸੁਣ ਕੇ ਕਦੇ ਵੀ ਕਿਸੇ ਦੇ ਬਾਰੇ 'ਚ ਕੋਈ ਵਿਚਾਰ ਨਹੀਂ ਬਣਾਉਣਾ ਚਾਹੀਦਾ। ਜੇਕਰ ਤੁਸੀਂ ਵਿਚਾਰ ਬਣਾਉਣੇ ਹੈ ਤਾਂ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਉਸ ਤੋਂ ਬਾਅਦ 'ਚ ਕਿਸੇ ਦੇ ਬਾਰੇ 'ਚ ਵਿਚਾਰ ਬਣਾਓ। ਨਾਲੇ ਗੱਲ ਇਹ ਆ ਵੀ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਕਾਰਵਾਈ ਕਰਨਗੇ ਤਾਂ ਆਪਾਂ ਉਦੋਂ ਖਬਰ ਪੜ ਲਾਂਗੇ। ਜਦੋਂ ਚੰਨੀ ਹੋਰਾਂ ਨੂੰ ਹਾਲੇ ਤੱਕ ਸਮੱਸਿਆ ਨਹੀਂ ਆਈ ਵੀ ਭਾਈ ਮੇਰੇ ਮਗਰ ਮੰਜੀ ਤੇ ਬੂਟ ਲੈ ਕੇ ਬੰਦਾ ਖੜਾ ਤੇ ਆਪਾਂ ਨੂੰ ਕੀ ਸਮੱਸਿਆ। ਜੀ 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 ਜੀ। ਨਹੀਂ, ਰੌਲਾ ਵਿਚਲੀ ਗੱਲ ਦਾ ਇਹ ਆ ਵੀ ਆਪਾਂ ਨੂੰ ਹਰ ਥਾਂ ਦੀ ਸਮੱਸਿਆ। ਹਾਂ ਕੋਈ ਏਦਾਂ ਕਰ ਰਿਹਾ ਹੈ ਤਾਂ ਸਮੱਸਿਆ, ਨਹੀਂ ਕਰ ਰਿਹਾ ਤਾਂ ਸਮੱਸਿਆ, ਕੋਈ ਏਦਾਂ ਬੋਲਦਾ ਤਾਂ ਸਮੱਸਿਆ, ਨਹੀਂ ਬੋਲਦਾ ਤਾਂ ਸਮੱਸਿਆ। ਆਪਾਂ ਟਿਕਣ ਨਹੀਂ ਦਿੰਦੇ ਕਿਸੇ ਨੂੰ ਵੀ ਕਿਸੇ ਬੰਨੇ। ਐਵੇਂ ਤਾਂ ਨਹੀਂ ਕਹਿੰਦੇ ਕਿ ਦੁਨੀਆ ਦੇ ਦੋਵੇਂ ਪਾਸੇ ਦੰਦੇ ਹੁੰਦੇ ਨੇ, ਹਨਾ। ਇਸ ਲਈ ਦਾਤੀ ਨੂੰ ਇੱਕ ਪਾਸੇ ਹੁੰਦੇ, ਦੁਨੀਆ ਦੇ ਦੋਹੇ ਪਾਸੇ ਹੁੰਦੇ ਆ। ਮੈਂ ਦੁਨੀਆ ਵਾਲੀ ਹੀ ਗੱਲ ਕੀਤੀ। ਤੇ ਦਾਤੀ ਖਾ ਗਏ, ਲੋਹੇ ਦੀ ਘਾਟ ਸੀ, ਆਇਰਨ ਦੀ ਘਾਟ ਸੀ ਜੀ। ਸੋ ਇਸ ਲਈ ਚਲੋ ਜੋ ਵੀ ਹਕੀਕਤ ਆ ਉਹ ਸਾਹਮਣੇ ਆ ਜਾਊਗੀ। ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ। ਬਾਕੀ ਮੁੱਖ ਮੰਤਰੀ ਸਾਹਿਬ ਆਪੇ ਜੇਕਰ ਕਾਰਵਾਈ ਕਰਨ ਯੋਗ ਹੋਈ ਗੱਲ ਤੋਂ ਕਰ ਦੇਣਗੇ। ਮਹਿਕਮੇ ਵੰਡਤੇ ਆ, ਵਿਭਾਗਾਂ ਦੀ ਵੰਡ ਹੋ ਗਈ ਆ। ਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੋਰੀ ਨੇ ਹਾਂਜੀ ਉਹ ਕਹਿੰਦੇ ਵੀ ਇਹਨੂੰ ਅਸੀਂ ਹੀ ਸੰਭਾਲ ਸਕਦੇ ਹਾਂ, ਕਿਉਂਕਿ ਸੋਹਣੇ ਤਰੀਕੇ ਨਾਲ ਉਰਦੂ ਦੇ ਸ਼ੇਰ ਬੋਲ ਬੋਲ ਕੇ ਉਹੀ ਕਹਿ ਸਕਦੇ ਨੇ ਖਜ਼ਾਨਾ ਖਾਲੀ ਹੈ। ਹਾਂ ਬਿਲਕੁਲ ਸਹੀ ਗੱਲ ਆ। ਤੇ ਇਸ ਤੋਂ ਇਲਾਵਾ ਕਹਿੰਦੇ ਵੀ ਰਾਜਾ ਵੜਿੰਗ ਹੋਰੀ ਬਣ ਗਿਆ ਆਵਾਜਾਈ ਮੰਤਰੀ, ਟਰਾਂਸਪੋਰਟ ਮੰਤਰੀ ਜੀ। ਤੇ ਓਪੀ ਸੋਨੀ ਹੋਰਾਂ ਨੂੰ ਕਹਿੰਦੇ ਸਿਹਤ ਵਿਭਾਗ ਦੇਤਾ। ਬਿਲਕੁਲ ਜੀ। ਤੇ ਪ੍ਰਗਟ ਸਿੰਘ ਹੋਰੀ ਸਿੱਖਿਆ ਮੰਤਰੀ ਤੇ ਨਾਲ ਖੇਡਾਂ ਵਾਲਾ ਵਿਭਾਗ ਮਿਲ ਗਿਆ ਜੀ। ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਗ੍ਰਹਿ ਵਿਭਾਗ ਦੇ ਦਿੱਤਾ ਗਿਆ। ਬਿਲਕੁਲ ਜੀ। ਉਹਨਾਂ ਦੇ ਕੋਲੇ ਜੇਲ੍ਹਾਂ ਵਾਲਾ ਵੀ ਹੈਗਾ। ਮਤਲਬ ਇਹ ਆ ਵੀ ਵਿਭਾਗਾਂ ਦੀ ਵੰਡ ਕਰਤੀ ਆ। ਤੇ ਹੁਣ ਦੇਖੋ ਵੀ ਕੰਮ ਕਿੰਨੇ ਕੁ ਵਧੀਆ ਹੁੰਦੇ ਆ। ਵਧੀਆ ਹੁਣ ਇਹਦੀ ਕਾਮਨਾ ਕਰਦੇ ਆ ਲੋਕ। ਇਹ ਗੱਲ ਕਹਿਣ ਵੀ ਭਾਈ ਅਸੀਂ ਜੋ ਸੋਚਦੇ ਸੀ ਨਾ ਵੀ ਉਹ ਨਹੀਂ, ਇਹ ਨਵਿਆਂ ਨੇ ਚਿੱਬ ਕੱਢੇ ਕੰਮ ਦੇ ਜੀ। ਪਰ ਜੇ ਲੋਕਾਂ ਦੀ ਚਿੱਬ ਨਿਕਲ ਗਏ ਭਾਈ ਫਿਰ ਕਿਹਨੂੰ ਕੀ ਕਹਾਂਗੇ। ਵੀ ਇਹ ਨਾ ਹੋਏ ਵੀ ਆਪਾਂ ਸਿਰਫ ਆ ਤਬਦੀਲੀਆਂ ਕਰਨ ਦੇ ਵਿੱਚ ਇਹ ਸਾਰੇ 100 ਦਿਨ ਜਿਹੜੇ ਉਹ ਕੱਢ ਦੇਈਏ ਤੇ ਮੁੜ ਕੇ ਲੋਕ ਵੇਖਣ ਵੀ ਆ ਕੀ ਹੋਇਆ, ਅਸੀਂ ਤਾਂ ਆਸਾਂ ਕੁਝ ਹੋਰ ਕਰੀ ਬੈਠੇ ਸੀ। ਮੇਰੀ ਕੇਜਰੀਵਾਲ ਸਾਹਿਬ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਪੰਜਾਬ ਚ ਆ ਕੇ ਮਾੜੀ ਮੋਟੀ ਹਾਜ਼ਰੀ ਲਵਾ ਜਾਓ। ਹਾਂ ਇਉਂ ਥੋੜੀ ਚੱਲਦਾ ਆ। ਤੁਹਾਡਾ ਪਤਾ ਕੋਈ ਨਹੀਂ 20 ਕਰੜਾਂ ਨੂੰ ਕਹੋ ਵੀ ਮੈਨੂੰ ਖੰਘ ਆਉਣੀ ਸੀ, ਮੈਂ ਤਾਂ ਪਿੰਡੇ ਤੇ ਮਿੱਟੀ ਲਵਾ ਕੇ ਬਹਿ ਗਿਆ। ਨਾਲੇ ਗੱਲ ਇਹ ਹੈ ਨਾ ਵੀ ਤੁਸੀਂ ਹਰ ਇੱਕ ਸੂਬੇ ਜਾ ਕੇ ਸਿਰਫ ਬਿਜਲੀ ਨਹੀਂ ਮੁਫਤ ਦੇ ਸਕਦੇ, ਲੋਕਾਂ ਦੇ ਹੋਰ ਵੀ ਮਸਲੇ ਨੇ, ਉਹਨਾਂ ਵੱਲ ਵੀ ਗੌਰ ਕਰੋ। ਆ ਪਿੱਛੇ ਜੇ ਖਬਰ ਆਈ ਸੀ ਕਹਿੰਦੇ ਵੀ केजरीवाल साहब किते गए कुदरती पद्धति के साथ इलाज करवाने के लिए पिंडे ते मिट्टी मल के बैठे आ। अच्छा। सो भाई तुसी इलाज करवाओ। ਮਿੱਟੀ ਆ ਜਿਹੜੀ ਉਹ ਸਾਡੇ ਪੰਜਾਬ ਦੀ ਬਹੁਤ ਵਧੀਆ। ਸਾਨੂੰ ਆਪਦੀ ਮਿੱਟੀ ਦੇ ਉੱਤੇ ਮਾਣ ਆ। ਮਾੜਾ ਮੋਟਾ ਇਸ ਮਿੱਟੀ ਤੇ ਵੀ ਆ ਜਾਓ। ਤੁਹਾਡੇ ਚੱਕਰ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੀਜੇ ਬਦਲ ਦਾ ਸੁਪਨਾ ਨਹੀਂ ਲਿਆ ਤੇ ਆਪ ਜੀ ਆਉਂਦੇ ਨਹੀਂਗੇ। ਦਿੱਲੀ ਦੇ ਪਿਆਰਿਓ ਇੱਥੇ ਵੀ ਆਓ ਜੀ। ਟਾਣਾ ਸਾਹਿਬ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਹੋਰ ਖਬਰ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਫੈਲ ਰਹੀ ਹੈ। ਕੋਈ ਟਿਕਟੌਕ ਸਟਾਰ ਹੈ ਦੀਪ ਮਠਾਰੂ, ਉਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਖਬਰ ਸਾਂਝੀ ਕਰਨ ਨੂੰ ਚਿੱਤ ਨਹੀਂ ਸੀ ਕਰਦਾ ਜੀ, ਪਰ ਇਹ ਇੱਕ ਸਮਝਾਉਣੀ ਤੇ ਬੇਨਤੀ ਦੇ ਰੂਪ ਦੇ ਵਿੱਚ ਸਾਂਝੀ ਕਰ ਰਹੇ ਹਾਂ। ਦੀਪ ਮਠਾਰੂ ਆ ਜਿਹੜਾ ਉਹ ਨੌਜਵਾਨ ਹੈਗਾ, ਉਹ ਹਸਪਤਾਲ ਦੇ ਵਿੱਚ ਇਸ ਵਕਤ ਬੈੱਡ ਦੇ ਉੱਤੇ ਆ। ਉਹਦੀ ਜ਼ਿੰਦਗੀ ਬਚ ਗਈ ਹੈ ਤੇ ਮਾਪਿਆਂ ਦਾ ਪੁੱਤ ਬਚ ਗਿਆ। ਇਹਦੇ ਲਈ ਅਸੀਂ ਕੁਦਰਤ ਦਾ ਵੀ ਧੰਨਵਾਦ ਕਰਦੇ ਹਾਂ ਤੇ ਡਾਕਟਰਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਮਿਹਨਤ ਬਹੁਤ ਕੀਤੀ ਹੈ। ਪਰ ਬੇਨਤੀ ਇਹ ਆ ਵੀ ਮਿਰਜ਼ਾ ਬਣਨ ਦੇ ਚੱਕਰ ਦੇ ਵਿੱਚ ਨਾ ਤੇ ਅਸੀਂ ਆਪਦੇ ਟੱਬਰ ਨੂੰ ਨਾ ਤਪਾਈਏ। ਬਿਲਕੁਲ। ਆ ਹੁਣ ਵੀ ਮੈਂ ਇੱਕ ਇੰਟਰਵਿਊ ਦੇਖ ਕੇ ਹਟਿਆ, ਉਹਦੇ ਮੂਹਰੇ ਮਾਈਕ ਕੀਤਾ ਤੇ ਉਹ ਕਹਿੰਦਾ ਜੀ ਕਿ ਫੇਸਬੁੱਕ ਦੇ ਉੱਤੇ ਕਦੇ ਪਿਆਰ ਨਾ ਕਰਿਓ।
ਉਹ ਕਹਿੰਦਾ ਜੀ ਕਿ ਮੈਂ ਜਿਹਨੂੰ ਪਿਆਰ ਕੀਤਾ ਸੀ ਤੇ ਉਹ ਮੈਨੂੰ ਧੋਖਾ ਦੇਗੀ, ਉਹਦੀ ਕਿਸੇ ਹੋਰ ਨਾਲ ਸੈਟਿੰਗ ਹੋ ਗਈ, ਉਹ ਐਦਾਂ ਹੋ ਗਈ। ਵੀ ਇਹ ਦੇਖੋ ਸਾਡੀ ਅਲੜ ਉਮਰ ਦੀਆਂ ਗੱਲਾਂ। ਜ਼ਿੰਦਗੀ ਸਿਰਫ ਇਹਨਾਂ ਗੱਲਾਂ ਦੇ ਕਰਕੇ ਨਹੀਂ ਨਿਕਲਦੀ। ਜਿਨ੍ਹਾਂ ਨੇ ਤੁਹਾਨੂੰ ਪਾਲਿਆ, ਜਿਨ੍ਹਾਂ ਨੇ ਜੰਮਿਆ, ਜਿਨ੍ਹਾਂ ਨੇ ਪੜ੍ਹਾਇਆ ਲਿਖਾਇਆ, ਉਹਨਾਂ ਦੇ ਪ੍ਰਤੀ ਵੀ ਤੁਹਾਡੇ ਕੁਝ ਕੁ ਫਰਜ਼ ਹੈਗੇ ਆ। ਅਸੀਂ ਮੈਨੂੰ ਪਿਆਰ ਨਹੀਂ ਮਿਲਦਾ, ਨਹੀਂ ਮਿਲਦਾ, ਪਿਆਰ ਆਪਦੀ ਮਾਂ ਨੂੰ ਕਰਕੇ ਦੇਖੋ ਕਾ। ਜੇ ਤੁਸੀਂ ਮਾਂ ਨੂੰ ਪਿਆਰ ਕਰਦੇ ਹੋਵੋ, ਤੁਹਾਡਾ ਜੀ ਨਹੀਂ ਕਰਦਾ ਜ਼ਹਿਰ ਖਾਣ ਨੂੰ। ਪਤਾ ਕੀ ਜੇ ਤੁਸੀਂ ਬਾਪ ਨੂੰ ਪਿਆਰ ਕਰਦੇ ਹੋਵੋ, ਆਪਦੀ ਭੈਣ ਨੂੰ ਸਤਿਕਾਰ ਤੇ ਪਿਆਰ ਦਿੰਦੇ ਹੋਵੋ, ਆਪਦੇ ਕੰਮ ਨੂੰ ਪਿਆਰ ਦਿੰਦੇ ਹੋਵੋ, ਆਪਦੀ ਪੜ੍ਹਾਈ ਨੂੰ, ਆਪਦੇ ਭਵਿੱਖ ਨੂੰ ਪਿਆਰ ਕਰਦੇ ਹੋਵੋ, ਤਾਂ ਫਿਰ ਤੁਸੀਂ ਜ਼ਹਿਰਾਂ ਖਾ ਕੇ ਬੈੱਡ ਦੇ ਉੱਤੇ ਨਹੀਂ ਪੈਂਦੇ। ਹੁਣ ਕਿਸੇ ਦਾ ਕੀ ਗਿਆ, ਮਾਪਿਆਂ ਦੇ ਪੈਸੇ ਲੱਗੇ, ਪਤਾ ਨਹੀਂ ਉਹਨਾਂ ਨੇ ਕੀ ਵੇਚ ਕੇ ਲਾਇਆ ਹੋਣਾ ਜੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਮੈਂ ਦੇਖਿਆ ਬਹੁਤ ਸਾਰੇ ਪੱਤਰਕਾਰ ਉਹਨਾਂ ਦੇ ਕੋਲ ਗਏ, ਉਹਨਾਂ ਨੇ ਮਾਈਕ ਅੱਗੇ ਕਰਕੇ ਤਰ੍ਹਾਂ ਦੇ ਸਵਾਲ ਕੀਤੇ। ਗੱਲ ਇਹ ਹੈ ਕਿ ਉਸ ਬਾਪ ਦਾ ਕੀ ਕਸੂਰ ਹੈ, ਉਸ ਭੈਣ ਦਾ ਕੀ ਕਸੂਰ ਹੈ, ਉਸ ਮਾਂ ਦਾ ਕੀ ਕਸੂਰ ਹੈ। ਮੈਂ ਤਾਂ ਭਾਵੁਕ ਹੋ ਜਾਂਦਾ ਰਿਹਾ, ਕਿਉਂਕਿ ਨਾ ਘੁੰਮਦੀ ਫਿਰਦੀ ਕਈ ਵਾਰ ਵੀਡੀਓ ਤੁਹਾਡੇ ਕੋਲੇ ਆ ਜਾਂਦੀ ਆ ਜੀ, ਬਾਪ ਰੋ ਰਿਹਾ, ਹੁਬਕੀ ਰੋ ਰਿਹਾ ਜੀ। ਮੈਂ ਕਿਹਾ ਯਾਰ ਵੀ ਆਹ ਦੇਖੋ, ਇਸ ਬਾਪ ਨੇ ਇਸ ਪੁੱਤ ਦੇ ਲਈ ਪਤਾ ਨਹੀਂ ਕੀ ਕੀਤਾ ਹੋਣਾ ਜੀ। ਔਰ ਤੁਹਾਡੀ ਕੀ ਇਸ ਹਰਕਤ ਦੇ ਨਾਲ ਤੁਸੀਂ ਕੀ ਪਾ ਲਿਆ? ਕੁਝ ਵੀ ਨਹੀਂ। ਲੋਕ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ, ਕੋਈ ਹੱਕ ਦੇ ਵਿੱਚ ਆ, ਕੋਈ ਖਿਲਾਫ ਆ, ਕੋਈ ਮਜ਼ਾਕ ਬਣਾ ਰਿਹਾ। ਲੋਕਾਂ ਨੇ ਤਾਂ ਸਵਾਦ ਲੈਣਾ ਹੁੰਦਾ, ਲੋਕਾਂ ਨੇ ਤਾਂ ਜੋ ਮਨ ਦੇ ਵਿੱਚ ਆਇਆ ਲਿਖ ਦੇਣਾ। ਪਰ ਗੱਲ ਇਹ ਆ ਨਾ ਟਾਣਾ ਸਾਹਿਬ, ਅਸੀਂ ਆਪ ਉਹਨਾਂ ਨੂੰ ਇਹ ਸਭ ਕੁਝ ਪਰੋਸ ਰਹੇ ਹਾਂ, ਅਸੀਂ ਆਪ ਇਹ ਸਾਰਾ ਕੁਝ ਕਰ ਰਹੇ ਹਾਂ। ਅਸੀਂ ਆਪਣੇ ਚੰਗੇ ਭਵਿੱਖ ਦੇ ਲਈ ਮਿਹਨਤ ਕਰੀਏ। ਇਹਨਾਂ ਚੱਕਰਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ। ਤੁਸੀਂ ਖੁਦਾ ਨਾ ਖਾਸਤਾ ਕੁਝ ਵੀ ਜੇਕਰ ਹੋ ਜਾਂਦਾ, ਜੇਕਰ ਇਹਦਾ ਨਤੀਜਾ ਉਲਟ ਹੋ ਜਾਂਦਾ, ਤਾਂ ਫਿਰ ਕਿਸੇ ਦਾ ਕੀ ਜਾਣਾ ਸੀ? ਮਾਂ-ਬਾਪ ਦਾ ਬੱਚਾ ਜਾਣਾ ਸੀ ਨਾ, ਭੈਣ ਦਾ ਭਰਾ ਜਾਣਾ ਸੀ, ਕਿਸੇ ਦਾ ਕੁਝ ਵਿਗੜ ਜਾਣਾ ਸੀ। ਲਗਾਤਾਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ। ਅਖੇ ਬਾਹਰਲੇ ਮੁਲਕ 'ਚ ਰਹਿੰਦੀ ਆ, ਉਹਦੀ ਕਿਸੇ ਹੋਰ ਨਾਲ ਗੱਲਬਾਤ ਹੋ ਗਈ, ਉਹਨੇ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ। ਵੀ ਆਪਾਂ ਜ਼ਿੰਦਗੀ ਜਿਉਣ ਦਾ ਇੱਕੋ ਹੀ ਰਾਹ ਬਸ ਜੀ, ਆਪਾਂ ਕੁਝ ਹੋਰ ਨਹੀਂ ਕਰ ਸਕਦੇ। ਨਾਲੇ ਕੁਛ ਜੇ ਮੰਨ ਲਓ ਮੌਤ ਹੋ ਜਾਂਦੀ ਜੀ, ਤਾਂ ਕਿਹਨੇ ਚੇਤੇ ਰੱਖਣਾ ਸੀ? ਸਿਰਫ ਮਾਂ-ਬਾਪ ਦੇ ਚੇਤੇ ਰਹਿਣਾ ਸੀ। ਕਿਹੜੀਆਂ ਤੇਰੀਆਂ ਯਾਦਗਾਰਾਂ ਬਣ ਜਾਣੀਆਂ ਸੀ ਵੀ ਤੂੰ ਬਹੁਤ ਮਹਾਨ ਕੰਮ ਕੀਤਾ। ਮੁੱਦੇ ਤੇ ਮੁੱਦਾ ਹਮੇਸ਼ਾ ਭਾਰੂ ਪੈਂਦਾ ਹੈ। 4 ਦਿਨ ਗੱਲ ਹੋਣੀ ਸੀ, ਉਸ ਤੋਂ ਬਾਅਦ ਕੋਈ ਹੋਰ ਗੱਲ ਆ ਜਾਣੀ ਸੀ, ਲੋਕਾਂ ਨੇ ਉਹ ਭੁੱਲ ਕੇ ਉਧਰਲੇ ਵਾਲੇ ਪਾਸੇ ਹੋ ਜਾਣਾ ਸੀ। ਸੋ ਇਸ ਲਈ ਕਦੇ ਵੀ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਜਿਹਦੇ ਨਾਲ ਤੁਹਾਡੇ ਪਰਿਵਾਰ ਨੂੰ ਬਹੁਤ ਕੁਝ ਹੰਡਾਉਣਾ ਪਏ। ਹੁਣ ਤੁਸੀਂ ਵੇਖੋ ਵੀ ਲੋਕ ਪਰਿਵਾਰ ਨੂੰ ਤਰ੍ਹਾਂ ਦੇ ਸਵਾਲ ਕਰ ਰਹੇ ਨੇ, ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਤੇ ਆਪਾਂ ਕੱਢਿਆ ਪਾਇਆ ਤਾਂ ਕੁਝ ਵੀ ਨਹੀਂ, ਆਪਾਂ ਕੁਝ ਖੱਟਿਆ ਨਹੀਂ ਉਹਦੇ ਵਿੱਚੋਂ। ਸੋ ਇਸ ਲਈ ਸੋਸ਼ਲ ਮੀਡੀਆ ਦੇ ਉੱਪਰ ਸੋਚ ਸੰਭਲ ਕੇ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਪਾਓ। ਔਰ ਤੁਸੀਂ ਕਿਸੇ ਦੇ ਉੱਪਰ ਵੀ ਐਵੇਂ ਵਿਸ਼ਵਾਸ ਨਾ ਕਰਿਆ ਕਰੋ, ਕੋਈ ਪਤਾ ਨਹੀਂ ਆ ਕੌਣ ਕਿਵੇਂ ਹੈ ਕਿਵੇਂ ਨਹੀਂ। ਤੁਹਾਡੀ ਪਾਈ ਹੋਈ ਪੋਸਟ, ਤੁਹਾਡੀ ਪਾਈ ਹੋਈ ਵੀਡੀਓ, ਤੁਹਾਡੀ ਕਿਸੇ ਦੇ ਉੱਤੇ ਕੀਤੀ ਹੋਈ ਟਿੱਪਣੀ ਤੁਹਾਡੇ ਕਿਰਦਾਰ ਦੀ ਪ੍ਰਤੀਕ ਆ। ਬਿਲਕੁਲ, ਵੀ ਤੁਸੀਂ ਕੌਣ ਹੋ ਤੇ ਕਿੰਨੇ ਕ ਸੱਭਿਅਕ ਹੋ, ਤੁਹਾਡਾ ਕਿਰਦਾਰ ਕਿਹੋ ਜਿਹਾ, ਤੁਹਾਡੇ ਕੋਲੇ ਸ਼ਬਦ ਭੰਡਾਰ ਕਿੰਨਾ ਕਾ, ਤੁਸੀਂ ਕਿੰਨੀ ਕ ਅਕਲ ਦੇ ਮਾਲਕ ਹੋ, ਇਸ ਗੱਲ ਦੇ ਵੱਲ ਖਿਆਲ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਕਹਿੰਦੇ ਵੀ ਭਾਈ ਮੈਂ ਉਸ ਕੁੜੀ ਨੂੰ ਭੇਜਤੀ ਰਿਕੁਐਸਟ, ਉਹਨੂੰ ਮੈਂ ਮਿਲਣਾ ਹੈਗਾ। ਉਹ ਗੰਦੀਆਂ ਮੰਦੀਆਂ ਗੱਲਾਂ ਵੀ ਕਰਦੇ, ਵੀ ਕਦੇ ਉਹਨੂੰ ਕੁਝ ਕਹਿਤਾ, ਕਦੇ ਉਹਨੂੰ ਕੁਝ ਕਹਿਤਾ। ਇਹਨਾਂ ਗੱਲਾਂ ਤੋਂ ਆਪਾਂ ਬਾਜ਼ ਆਈਏ। ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਕਰਨ ਨੂੰ ਆ। ਦੀਪ ਦੀ ਖਬਰ ਸਾਂਝੀ ਕਰਨ ਦਾ ਮਤਲਬ ਇਹੀ ਹੈ ਵੀ ਭਵਿੱਖ ਦੇ ਵਿੱਚ ਕੋਈ ਨੌਜਵਾਨ ਮੁੰਡਾ ਭਾਵੇਂ ਕੁੜੀ ਆ, ਇਦਾਂ ਦਾ ਕੰਮ ਨਾ ਕਰੇ ਜਿਹਦੇ ਕਰਕੇ ਮਜ਼ਾਕ ਦਾ ਪਾਤਰ ਵੀ ਬਣੇ ਤੇ ਮਾਪਿਆਂ ਦੇ ਪੈਸੇ ਵੀ ਲੱਗਣ ਤੇ ਮਾਪਿਆਂ ਦੀ ਖਿੱਲੀ ਵੀ ਉੱਡੇ। ਔਰ ਅਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਇਸ ਗੱਲ ਨੂੰ ਰੱਖਿਆ ਕਰੀਏ ਕਿ ਕੋਈ ਵੀ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਅਸੀਂ ਆਪਣੀ ਕੋਈ ਵੀ ਵੀਡੀਓ ਬਣਾ ਕੇ ਤੇ ਉਹਦੇ ਉੱਤੇ ਪਾ ਦਿੰਨੇ ਆ ਸੋਸ਼ਲ ਮੀਡੀਆ ਦੇ ਉੱਤੇ, ਇਹ ਚੀਜ਼ਾਂ ਮਿਟਦੀਆਂ ਨਹੀਂ, ਇੰਟਰਨੈਟ ਦੇ ਉੱਪਰ ਸਦਾ ਹੀ ਛਪੀਆਂ ਰਹਿੰਦੀਆਂ ਨੇ। ਸੋ ਅਸੀਂ ਇਹ ਧਿਆਨ ਰੱਖਿਆ ਕਰੀਏ, ਜੇ ਭਵਿੱਖ ਦੇ ਵਿੱਚ ਮੈਂ ਦੁਬਾਰਾ ਇਹਨੂੰ ਦੇਖੂੰਗਾ ਜਾਂ ਦੇਖੂੰਗੀ, ਜਾਂ ਮੇਰੀ ਔਲਾਦ ਇਹਨਾਂ ਵੀਡੀਓਜ਼ ਨੂੰ ਵੇਖੂਗੀ, ਜਾਂ ਮੇਰੇ ਰਿਸ਼ਤੇਦਾਰ ਵੇਖਣਗੇ, ਤਾਂ ਉਹਨਾਂ ਦੇ ਜ਼ਿਹਨ ਦੇ ਉੱਪਰ, ਉਹਨਾਂ ਦੀ ਮਾਨਸਿਕਤਾ ਦੇ ਉੱਪਰ ਕੀ ਅਸਰ ਹੋਊਗਾ। ਬਿਲਕੁਲ ਸਹੀ। ਹਰਮਨ ਜੀ, ਫਰਾਂਸ ਦੇ ਰਾਸ਼ਟਰਪਤੀ ਨੂੰ ਤਾਂ ਐਵੇਂ ਹੀ ਸਮਝਦੇ ਆ। ਕੀ ਮਤਲਬ? ਜਿਹੜਾ ਮਰਜ਼ੀ ਚਪੇੜ ਜੜ ਜਾਂਦਾ, ਜਦੋਂ ਜੀ ਕਰਦਾ ਆਂਡਾ ਮਾਰ ਜਾਂਦਾ। ਮੈਂ ਕਿਹਾ ਜੇ ਕਿਤੇ ਸਾਡੇ ਇੱਥੇ ਐਮਐਲਏ ਦੇ ਵੱਲ ਆਂਡਾ ਸੁੱਟਿਆ ਹੋਵੇ ਤਾਂ ਇਹੋ ਜਿਹੀਆਂ ਧਰਾਵਾਂ ਲੱਗਣ, ਬਾਅਦ ਦੇ ਵਿੱਚ ਜ਼ਮਾਨਤ ਨੂੰ ਤਰਸੇ। ਨਹੀਂ ਦੇਖੋ, ਇਹ ਕੰਮ ਕਰਨੇ ਵੀ ਨਹੀਂ ਚਾਹੀਦੇ, ਪਰ ਹੋਇਆ ਕੀ, ਇਹਨਾਂ ਦੇ ਕਿਉਂ ਆਂਡਾ ਵੱਜਿਆ? ਹੁਣ ਕਹਿੰਦੇ ਆ ਵੀ ਭਾਈ ਕੋਈ ਜਿਹੜਾ ਵਿਰੋਧ ਪ੍ਰਦਰਸ਼ਨ ਕਰਨ ਵਾਲਾ ਸੀਗਾ, ਉਹਨੇ ਆਂਡਾ ਮਾਰਿਆ ਟਕਾ ਕੇ। ਸਾਡੇ ਵਾਲਿਆਂ ਦੀ ਤਾਂ ਕਈ ਵਾਰ ਚੱਪਲ ਨਹੀਂ ਜਾਂਦੀ ਹੁੰਦੀ ਨੇੜੇ, ਪਰ ਇਹਦਾ ਆਂਡਾ ਮੋਢੇ ਦੇ ਉੱਤੇ ਜਾ ਵੱਜਿਆ ਜੀ। ਇਹਨਾਂ ਦਾ ਆਂਡਾ ਵੀ ਕਹਿੰਦੇ ਬੜਾ ਸਖਤ ਸੀਗਾ। ਅੱਛਾ, ਕਹਿੰਦੇ ਆਂਡਾ ਫੁੱਟਿਆ ਨਹੀਂਗਾ, ਟੁੱਟਿਆ ਨਹੀਂਗਾ, ਉਬਲਿਆ ਤਾਂ ਨਹੀਂ ਸੀ, ਮੈਨੂੰ ਕੀ ਪਤਾ। ਪਰ ਚਲੋ ਜਿਹੜਾ ਵੀ ਸੀ, ਆਮਲੇਟ ਬਣਾ ਕੇ ਲੈਣਾ ਸੀ। ਇਹ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਆ, ਇਹਨਾਂ ਦਾ ਨਾਮ ਹੈ ਇਮੈਨੂਅਲ ਮੈਕਰੋਨ। ਇਹਨਾਂ ਦੇ ਕਹਿੰਦੇ ਆਂਡਾ ਵੱਜਿਆ। ਹਾਂ, ਇੰਨਾ ਜ਼ਿਆਦਾ ਵਿਰੋਧ। ਦੇਖੋ, ਵਿਰੋਧ ਤਾਂ ਵਿਰੋਧ ਆ ਜੀ। ਕਈ ਲੋਕ ਕਿਵੇਂ ਵਿਰੋਧ ਕਰਦੇ, ਕੋਈ ਕਿਵੇਂ ਵਿਰੋਧ ਕਰਦਾ। ਹਲੇ ਜੂਨ ਦੇ ਵਿੱਚ ਹੀ ਤੇ ਇਸੇ ਰਾਸ਼ਟਰਪਤੀ ਸਾਹਿਬ ਦੇ ਇੱਕ ਬੰਦੇ ਨੇ ਚਪੇੜ ਜੜਤੀ ਸੀ, ਜਦੋਂ ਲੋਕਾਂ ਨੂੰ ਇਹ ਮਿਲਦੇ ਜੇ ਫਿਰਦੇ ਸੀ, ਪਿੱਛੋਂ ਆਇਆ ਇੱਕ ਨੇ ਜੜਤੀ। ਬਹੁਤ ਮਾੜੀ ਗੱਲ ਕੀਤੀ। ਅਸੀਂ ਇਹ ਨਹੀਂ ਕਹਿੰਦੇ ਵੀ ਏਦਾਂ ਹਿੰਸਕ ਵਰਤਾਰਾ ਹੋਵੇ, ਕਿਸੇ ਦੇ ਚਪੇੜ ਮਾਰੋ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ, ਪਰ ਇਹ ਫਰਾਂਸ ਦਾ ਰਾਸ਼ਟਰਪਤੀ ਆ। ਸਹੀ ਗੱਲ ਹੈ।
ਇਹ ਉੱਥੋਂ ਦਾ ਹੀ ਰਾਸ਼ਟਰਪਤੀ ਹੈ। ਹਾਂ, ਜਿੱਥੇ ਵਾਕਈ ਲੋਕ ਇਹ ਸੋਚਦੇ ਨੇ ਵੀ ਅਸੀਂ ਲੋਕਾਂ ਲਈ ਕੰਮ ਕਰਨਾ ਹੈ। ਪਰ ਗੱਲ ਇਹ ਹੈ, ਇਦਾਂ ਦਾ ਵਤੀਰਾ ਹੋਣਾ ਵੀ ਨਹੀਂ ਚਾਹੀਦਾ। ਟਾਣਾ ਸਾਹਿਬ, ਤੁਸੀਂ ਇਹ ਗੱਲ ਇੱਥੇ ਵੀ ਲਾਗੂ ਹੁੰਦੀ ਹੈ, ਵਿਦੇਸ਼ੀ ਦੇ ਧਰਤੀ ਦੇ ਉੱਪਰ ਵੀ ਲਾਗੂ ਹੁੰਦੀ ਹੈ ਕਿ ਤੁਸੀਂ ਵਿਚਾਰਧਾਰਕ ਤੌਰ ਦੇ ਉੱਪਰ ਕਿਸੇ ਦੇ ਨਾਲ ਵੀ ਸਹਿਮਤ ਜਾਂ ਅਸਹਿਮਤ ਹੋ ਸਕਦੇ ਹੋ, ਪਰ ਉਸ ਅਸਹਿਮਤੀ ਨੂੰ ਜਾਂ ਸਹਿਮਤੀ ਨੂੰ ਤਰਕ ਨਾਲ, ਗੱਲਾਂ ਨਾਲ ਤੁਸੀਂ ਉਹਦੇ ਨਾਲ ਬਹਿਸ ਕਰ ਸਕਦੇ ਹੋ। ਇਹ ਨਹੀਂ ਕਿ ਥੱਪੜ ਮਾਰਤਾ, ਸਿਆਹੀ ਸੁੱਟਤੀ, ਜੁੱਤੀ ਸੁੱਟਤੀ, ਅੰਡਾ ਮਾਰਤਾ, ਇਹ ਸਾਰਾ ਕੁਝ ਠੀਕ ਨਹੀਂ ਹੈ। ਇਦਾਂ ਦਾ ਵਤੀਰਾ ਅਪਣਾਉਣਾ ਨਹੀਂ ਚਾਹੀਦਾ। ਮਾੜੀ ਗੱਲ ਆ ਭਾਈ, ਇਦਾਂ ਨਹੀਂ ਕਰਨਾ ਚਾਹੀਦਾ। ਹੁਣ ਤਾਂ ਪਤਾ ਲੱਗਾ ਵੀ ਇੱਕ ਬਹੁਤ ਵੱਡੀ ਰਾਜਨੀਤਿਕ ਪਾਰਟੀ ਆ, ਉਹਨੇ ਇਹ ਫੈਸਲਾ ਕੀਤਾ ਵੀ ਅਸੀਂ ਆਪਦੇ ਇਕੱਠ ਆ ਜਿਹੜੇ ਉਹ ਧਾਰਮਿਕ ਥਾਵਾਂ ਦੇ ਅੰਦਰ ਕਰਿਆ ਕਰਗੇ। ਕਿਉਂ? ਉਹ ਕਹਿੰਦੇ ਵੀ ਬਾਹਰ ਰੱਖ ਜਾਂਦੇ ਲੋਕ ਚੱਪਲਾਂ, ਅੰਦਰ ਨਹੀਂ ਹੁੰਦੀਆਂ। ਅੱਛਾ, ਹਾਂ, ਚਲੋ, ਬੰਦੇ ਨੂੰ ਵੈਸੇ ਹੀ ਹਰਕਤਾਂ ਇਹੋ ਜਿਹੀਆਂ ਨਹੀਂ ਕਰਨੀਆਂ ਚਾਹੀਦੀਆਂ ਕਿ ਆਪਾਂ ਨੂੰ ਚੱਪਲਾਂ ਤੋਂ ਡਰ ਲੱਗੇ। ਸਹੀ ਚੱਲੋ, ਲੋਕ ਸਹੀ ਚੱਲਣਗੇ। ਬਿਲਕੁਲ ਸਹੀ। ਪਿਆਰ ਕਰੋਗੇ ਲੋਕਾਂ ਨੂੰ ਤਾਂ ਲੋਕ ਬਦਲੇ 'ਚ ਪਿਆਰ ਹੀ ਦੇਣਗੇ। ਕੋਈ ਵੀ ਮੂਰਖ ਨਹੀਂ ਹੁੰਦਾ ਕਿ ਐਵੇਂ ਹੀ ਤੁਹਾਡੇ ਵੱਲ ਕੁਝ ਵੀ ਸੁੱਟ ਦੇਵੇ, ਐਵੇਂ ਹੀ ਤੁਹਾਡੇ ਨਾਲ ਖਾਰ ਰੱਖਣੀ ਸ਼ੁਰੂ ਕਰ ਦੇਵੇ। ਤੁਸੀਂ ਆਰਾਮ ਨਾਲ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ, ਜੋ ਗੱਲਾਂ ਕੀਤੀਆਂ ਨੇ, ਉਹ ਪੂਰੀਆਂ ਕਰੋ, ਲੋਕ ਪਿਆਰ ਕਰਨਗੇ। ਕਈ ਵਾਰ ਨਾ ਲੋਕਾਂ ਦੀਆਂ ਗੱਲਾਂ ਦੇ ਉੱਤੇ ਸ਼ਬਦਾਵਲੀ ਕਿਵੇਂ ਹੁੰਦੀ ਆ। ਸਾਡਾ ਇੱਕ ਜਾਣਕਾਰ ਆ, ਕਹਿੰਦਾ ਮੈਂ ਚੱਪਲਾਂ ਪਵਾਉਣੀਆਂ, ਤੇ ਮੈਂ ਕਿਹਾ ਤੇਰੇ ਪੈ ਹੀ ਜਾਣੀਆਂ ਜੇ ਲੱਛਣ ਇਹੋ ਜਿਹੇ ਰਹੇ। ਤੂੰ ਕਹਿ ਮੈਂ ਚੱਪਲਾਂ ਲੈਣੀਆਂ, ਮੇਰੇ ਪੈਰਾਂ ਦੀਆਂ ਚੱਪਲਾਂ ਟੁੱਟ ਗਈਆਂ, ਚੱਪਲਾਂ ਪਵਾਉਣੀਆਂ, ਕਦੇ ਕਹੇਗਾ ਛੁੱਟੀਆਂ ਪੈ ਗਈਆਂ। ਮੈਂ ਕਿਹਾ ਇਹ ਵੀ ਬਸ ਇੱਟਾਂ ਪੈ ਗਈਆਂ ਤੇਰੇ, ਹੋਰ ਕੀ ਹੈ, ਡੰਡੇ ਪੈ ਗਏ ਤੇਰੇ। ਚੱਪਲਾਂ ਪੈਰਾਂ ਦੀਆਂ ਹੀ ਹੁੰਦੀਆਂ ਟਾਣਾ ਸਾਹਿਬ। ਹਾਂ, ਤੇ ਮੈਂ ਕਦੋਂ ਆਖਿਆ? ਤੁਸੀਂ ਕਿਹਾ ਮੇਰੇ ਪੈਰਾਂ ਦੀਆਂ ਚੱਪਲਾਂ ਟੁੱਟ ਗਈਆਂ, ਉਹ ਕਹਿੰਦਾ ਜੀ, ਉਹ ਕਹਿੰਦਾ। ਹਾਂ, ਮੈਂ ਇਹ ਗੱਲ ਕਹੀ ਆ। ਮੈਂ ਤੁਹਾਨੂੰ ਤਰਕ ਦੱਸਿਆ ਵੀ ਇਹ ਵੀ ਕਿਉਂ ਅੱਗੇ ਤੋਂ। ਬਸ ਇੱਥੇ ਹੀ ਤਰਕ ਫਸਿਆ ਪਿਆ ਸੀਗਾ। ਪੌਣਾ ਘੰਟਾ ਹੋ ਗਿਆ ਮੈਨੂੰ ਬੋਲੀ ਜਾਂਦੇ ਨੂੰ। ਚਲੋ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਕੋਈ ਲੜਾਈ ਨਹੀਂ। ਪਰ ਗੱਲ ਉੱਥੇ ਹੀ ਮੁੱਕਦੀ ਹੈ ਵੀ ਕਦੇ ਵੀ ਕਿਸੇ ਦੇ ਨਾਲ ਤੁਸੀਂ ਸਹਿਮਤ ਹੋ ਸਕਦੇ ਹੋ, ਪਰ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਨਹੀਂ ਕਿ ਜੋ ਹੱਥ 'ਚ ਆਇਆ ਤੇ ਉਹ ਚਲਾ ਕੇ ਮਾਰਿਆ, ਇਹਦੇ ਨਾਲ ਕੁਝ ਵੀ ਫਾਇਦਾ ਨਹੀਂ ਹੋਊਗਾ। ਸੋ ਬਾਕੀ ਹੁਣ ਚੱਲੀਏ ਆਪਾਂ। ਬਿਲਕੁਲ। ਇੱਕ ਜਿਹੜਾ ਆਪਾਂ ਮੁੱਢ ਦੇ ਵਿੱਚ ਗੱਲ ਕੀਤੀ ਸੀ, ਵਿਕਾਸ, ਗੋਡੇ ਗੋਡੇ ਵਿਕਾਸ, ਅਸੀਂ ਨਾ ਆਪਣੇ ਦਰਸ਼ਕਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਇਲਾਕੇ ਦੇ ਵਿੱਚ ਵਿਕਾਸ ਕਿੰਨਾ ਕੁ ਡੂੰਘਾ ਹੋਇਆ? ਹਾਂ, ਗਿੱਟੇ ਗਿੱਟੇ ਆ, ਗੋਡੇ ਗੋਡੇ ਕਿ ਲੱਕ ਲੱਕ ਵਿਕਾਸ ਆ? ਮਾੜੀ ਜੀ ਜਾਣਕਾਰੀ ਜ਼ਰੂਰ ਦੇ ਦਿਓ। ਬਿਲਕੁਲ ਸਹੀ ਹੈ। ਸਾਨੂੰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆਏ ਆ। ਕੱਲ ਵਾਲੇ ਪ੍ਰੋਗਰਾਮ ਤੋਂ ਬਾਅਦ ਕਿਸੇ ਨੇ ਕਿਹਾ ਜੀ ਕਿ ਸਾਡੇ ਵਾਲੇ ਵਿਧਾਇਕ ਨੇ ਕੱਖ ਨਹੀਂ ਕੀਤਾ, ਕਿਸੇ ਨੇ ਕਿਹਾ ਜੀ ਕਿ ਸਿਰਫ ਤੇ ਸਿਰਫ ਐਂ ਹੀ ਹੋਇਆ, ਕਿਸੇ ਨੇ ਕਿਹਾ ਵੀ ਥੋੜਾ ਜਿਹਾ ਵਿਕਾਸ ਹੋਇਆ ਵੀ ਆ। ਦੋ ਤਿੰਨ ਸੱਜਣਾਂ ਨੇ ਗੱਲ ਕਹੀ ਵੀ ਸਾਡੇ ਇਲਾਕੇ 'ਚ ਭਰਪੂਰ ਵਿਕਾਸ ਹੋਇਆ। ਜਿਨ੍ਹਾਂ ਦੇ ਇਲਾਕੇ 'ਚ ਹੋਇਆ ਭਾਈ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਦੇ ਨਹੀਂ ਹੋਇਆ ਮਾੜਾ ਮੋਟਾ ਉਹ ਵੀ ਜਾਗਣ। ਬਿਲਕੁਲ ਸਹੀ ਗੱਲ ਹੈ, ਚੁਣੇ ਹੋਏ ਚੰਗੇ ਬੰਦੇ ਚੁਣਿਓ ਅੱਗੇ। ਤੇ ਆਪਾਂ ਫਿਲਹਾਲ ਚੱਲਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ। ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।